प्रोग्राम किसान बाणी सुन रहे सारे किसान वीरां ते किसान भैणां नूं मेरे गुरलीन सिद्धू ਵੱਲੋਂ प्यार भरी सत श्री अकाल। किसान वीरों ते भैणों, अज दिन सोमवार नूं साडा गलबात दा विशा है कणक विच नदीना दी रोकथाम दे लई जरूरी नुक्ते। ते इस विषय दे उत्ते जानकारी देण दे लई साडे नाल स्टूडियो दे विच मौजूद ने डॉक्टर असमानप्रीत सिंह। डॉक्टर साहब, स्टूडियो दे विच पहुंचण ते तुहाडा बहुत-बहुत स्वागत है जी। ਗੁਰਲੀਨ ਜੀ, ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਅਤੇ ਕਿਸਾਨ ਬਾਣੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਡਾਕਟਰ ਸਾਹਿਬ, ਜਿਵੇਂ ਕਿ ਸਾਡਾ ਅੱਜ ਦਾ ਵਿਸ਼ਾ ਹੀ ਕਣਕ ਵਿੱਚ ਨਦੀਨਾਂ ਦੀ ਰੋਕਥਾਮ ਹੈ। ਬੇਸ਼ੱਕ ਇਹ ਰੋਕਥਾਮ ਕਰਨ ਦੇ ਲਈ ਕੀ ਜ਼ਰੂਰੀ ਨੁਕਤੇ ਨੇ, ਇਹਨਾਂ ਗੱਲਾਂ ਬਾਤਾਂ ਤੇ ਅਸੀਂ ਅੱਜ ਚਾਨਣਾ ਜਿਹੜਾ ਉਹ ਕਿਸਾਨ ਵੀਰਾਂ ਨੂੰ ਪਾਵਾਂਗੇ। ਪਰ ਉਸ ਦੇ ਨਾਲ ਕਿਸਾਨ ਵੀਰਾਂ ਨੂੰ ਦੱਸ ਦਈਏ ਕਿ ਸਾਡੇ ਸਟੂਡੀਓ ਦਾ ਨੰਬਰ 0164 2240 331 ਡਾਇਲ ਕਰਕੇ ਉਹ ਆਪਣੇ ਬਣਦੇ ਸਵਾਲਾਂ ਦੇ ਜਵਾਬ ਡਾਕਟਰ ਸਾਹਿਬ ਤੋਂ ਲੈ ਸਕਦੇ ਨੇ। ਡਾਕਟਰ ਸਾਹਿਬ, ਜੇਕਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਕਰੀਏ ਤਾਂ ਸਭ ਤੋਂ ਪਹਿਲਾਂ ਨਦੀਨ ਹੁੰਦੇ ਕੀ ਨੇ? ਗੁਰਲੀਨ ਜੀ, ਨਦੀਨ ਦੀ ਜੇ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਨਦੀਨ ਅਣਚਾਹੇ ਪੌਦੇ ਹੁੰਦੇ ਨੇ ਜੀ, ਜਿਹੜੇ ਕਿ ਮੁੱਖ ਫਸਲ ਦੇ ਨਾਲ ਪਾਣੀ ਨੂੰ ਲੈ ਕੇ, ਤੱਤਾਂ ਨੂੰ ਲੈ ਕੇ, ਜਗ੍ਹਾ ਨੂੰ ਲੈ ਕੇ ਜਾਂ ਸੂਰਜ ਦੀ ਰੋਸ਼ਨੀ ਨੂੰ ਲੈ ਕੇ ਮੁਕਾਬਲਾ ਕਰਦੇ ਨੇ ਤੇ ਫਸਲਾਂ ਦੇ ਝਾੜ ਦੇ ਉੱਪਰ ਬੁਰਾ ਪ੍ਰਭਾਵ ਪਾਉਂਦੇ ਨੇ ਜੀ। ਇੱਥੋਂ ਤੱਕ ਕਿ ਕਈ ਵਾਰ ਤਾਂ ਜੇਕਰ ਇਹ ਕੰਟਰੋਲ ਨਾ ਕੀਤੇ ਜਾਣ ਤਾਂ ਫਸਲਾਂ ਦਾ ਨੁਕਸਾਨ 40 ਤੋਂ 50% ਤੱਕ ਵੀ ਜਿਹੜੇ ਨਦੀਨ ਆ ਉਹ ਕਰ ਸਕਦੇ ਨੇ। ਸੋ ਨਦੀਨਾਂ ਦੀ ਇਹ ਖਾਸੀਅਤ ਆ ਵੀ ਇਹ ਜਿਹੜੇ ਹੈਗੇ ਆ ਇਹ ਉਹ ਪੌਦੇ ਨੇ ਜਿਹੜੇ ਕਿ ਆਪਣੀ ਜਗ੍ਹਾ ਵਿੱਚ ਉਗਣ ਦੀ ਬਜਾਏ ਉਸ ਜਗ੍ਹਾ ਤੇ ਉਗਦੇ ਨੇ ਜਿੱਥੇ ਉਹਨਾਂ ਦੀ ਲੋੜ ਨਹੀਂ ਹੁੰਦੀ ਤੇ ਕਿਸਾਨਾਂ ਦੁਆਰਾ ਇਹਨਾਂ ਨੂੰ ਉਗਾਇਆ ਨਹੀਂ ਜਾਂਦਾ ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਫਸਲਾਂ ਦੇ ਵਿੱਚ ਉੱਗਣ ਵਾਲੇ ਬੇਲੋੜੇ ਜਾਂ ਅਣਚਾਹੇ ਪੌਦੇ ਨੇ ਜਿਹੜੇ ਨਦੀਨ ਅਖਵਾਉਂਦੇ ਨੇ ਤੇ ਲਗਭਗ ਜੇਕਰ ਇਹ ਆਪਣੀ ਮਾਰ ਕਰਦੇ ਨੇ ਕਿਸੇ ਫਸਲ ਦੇ ਉੱਤੇ ਤਾਂ 40 ਤੋਂ 50% ਫਸਲ ਦਾ ਜਿਹੜਾ ਨੁਕਸਾਨ ਹੈ ਉਹ ਕਰ ਜਾਂਦੇ ਨੇ। ਤੇ ਜੇਕਰ ਇੱਕ ਕਿਸਾਨ ਦੇ ਪੱਖ ਤੋਂ ਅਸੀਂ ਦੇਖੀਏ ਕਿ ਜੇਕਰ ਉਸਦੀ ਫਸਲ ਦਾ 40 ਤੋਂ 50% ਨੁਕਸਾਨ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਉਸਨੂੰ ਇੱਕ ਬਹੁਤ ਵੱਡੇ ਨੁਕਸਾਨ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਸਕਦਾ ਹੈ। ਜਿਵੇਂ ਕਿ ਸਾਡਾ ਅੱਜ ਦਾ ਖਾਸ ਜਿਹੜਾ ਵਿਸ਼ਾ ਹੈ ਉਹ ਵੀ ਹਾੜੀ ਦੀਆਂ ਫਸਲਾਂ ਦੇ ਵਿੱਚ ਨਦੀਨਾਂ, ਖਾਸ ਕਰਕੇ ਕਣਕ ਦੀ ਫਸਲ ਦੇ ਵਿੱਚ ਨਦੀਨਾਂ ਦੀ ਸਮੱਸਿਆ ਹੈ। ਤਾਂ ਕਣਕ ਦੇ ਵਿੱਚ ਇਹ ਜਿਹੜੇ ਨਦੀਨ ਨੇ ਇਹ ਕਿਹੜੀ ਕਿਸਮ ਦੇ ਪਾਏ ਜਾਂਦੇ ਨੇ ਖਾਸ ਕਰਕੇ? ਦੇਖੋ ਜੀ ਗੁਰਲੀਨ ਜੀ, ਹਾੜੀ ਦੀ ਜੇ ਮੁੱਖ ਫਸਲ ਦੀ ਆਪਾਂ ਗੱਲ ਕਰੀਏ ਤਾਂ ਕਣਕ ਹੈਗੀ ਜੀ। ਇਸ ਦੇ ਨਾਲ ਹੀ ਜਿਹੜੀਆਂ ਦੂਜੀਆਂ ਫਸਲਾਂ ਨੇ, ਕਣਕ ਤੋਂ ਬਿਨਾ ਸਾਡੇ ਕੋਲ ਸਰੋਂ ਵੀ ਕਿਸਾਨ ਵੀਰ ਬੀਜਦੇ ਨੇ ਜੀ, ਛੋਲੇ ਨੇ। ਸੋ ਜਿਹੜੇ ਇਹਨਾਂ ਦੇ ਨਦੀਨ ਨੇ ਲਗਭਗ ਸਾਰੇ ਸਾਂਝੇ ਨਦੀਨ ਨੇ। ਸੋ ਆਪਾਂ ਜਿਹੜੀ ਹੈਗੀ ਆ ਕਣਕ ਦੇ ਨਦੀਨਾਂ ਬਾਰੇ ਜਿਹੜੀ ਗੱਲ ਕਰਾਂਗੇ। ਸੋ ਜੇਕਰ ਨਦੀਨਾਂ ਦੇ ਕਿਸਮਾਂ ਦੀ ਗੱਲ ਕਰੀਏ ਤਾਂ ਕਣਕ ਦੀ ਫਸਲ ਦੇ ਵਿੱਚ ਦੋ ਤਰ੍ਹਾਂ ਦੇ ਨਦੀਨਾਂ ਦੀਆਂ ਕਿਸਮਾਂ ਜਿਹੜੀਆਂ ਪਾਈਆਂ ਜਾਂਦੀਆਂ ਨੇ। ਪਹਿਲੀ ਕਿਸਮ ਜਿਹੜੇ ਘਾਹ ਵਾਲੇ ਨਦੀਨ ਨੇ ਜੀ, ਦੂਜੀ ਕਿਸਮ ਜਿਹੜੀ ਚੌੜੇ ਪੱਤੇ ਵਾਲੇ ਨਦੀਨ। ਸੋ ਘਾਹ ਵਾਲੇ ਨਦੀਨਾਂ ਦੇ ਵਿੱਚ ਜਿਹੜਾ ਬਹੁਤ ਹੀ ਪ੍ਰਚਲਿਤ ਜਿਹੜਾ ਨਦੀਨ ਗੁੱਲੀ ਡੰਡਾ, ਲੂੰਬੜਕਾ ਤੇ ਚੌੜੇ ਪੱਤੇ ਵਾਲੇ ਨਦੀਨਾਂ ਦੇ ਵਿੱਚ ਬਾਥੂ, ਕੰਡਿਆਲੀ ਪਾਲਕ, ਬਟਨ ਬੂਟੀ ਆਦਿ ਨਦੀਨ ਸ਼ਾਮਲ ਨੇ ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਵੱਖ-ਵੱਖ ਕਿਸਮਾਂ ਦੀ ਗੱਲ ਕੀਤੀ ਕਿ ਗੁੱਲੀ ਡੰਡਾ ਹੋ ਗਿਆ, ਲੂੰਬੜਕਾ ਹੋ ਗਿਆ ਜਾਂ ਬਟਨ ਬੂਟੀ ਹੋ ਗਈ ਜਾਂ ਕਈ ਹੋਰ ਚੌੜੇ ਪੱਤੇ ਵਾਲੇ ਨਦੀਨ ਜਿਹੜੇ ਉਹ ਕਣਕ ਦੀ ਫਸਲ ਦੇ ਵਿੱਚ ਪਾਏ ਜਾਂਦੇ ਨੇ, ਤਾਂ ਕੀ ਇਹ ਜਿਹੜੇ ਨਦੀਨ ਨੇ ਇਹਨਾਂ ਦੀ ਕੋਈ ਰੋਕਥਾਮ ਵੀ ਕਿਸਾਨ ਵੀਰ ਕਰ ਸਕਦੇ ਨੇ ਕਿਸੇ ਤਰੀਕੇ ਦੇ ਨਾਲ? ਬਿਲਕੁਲ ਜੀ। ਨਦੀਨਾਂ ਦੀ ਰੋਕਥਾਮ ਦੇ ਲਈ ਜਿਹੜੇ ਦੋ ਢੰਗ ਕਿਸਾਨ ਭਰਾਵਾਂ ਵੱਲੋਂ ਵਰਤੇ ਜਾ ਸਕਦੇ ਨੇ ਜੀ। ਪਹਿਲਾ ਢੰਗ ਕਾਸ਼ਤਕਾਰੀ ਤਰੀਕਿਆਂ ਦੇ ਨਾਲ ਨਦੀਨਾਂ ਦੀ ਰੋਕਥਾਮ ਕਰਨੀ ਜੀ। ਦੂਜਾ ਸਾਡੇ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਮਹਿਕਮਾ ਖੇਤੀਬਾੜੀ ਵੱਲੋਂ ਸਿਫਾਰਸ਼ਸ਼ੁਦਾ ਬਹੁਤ ਹੀ ਚੰਗੇ ਗਰੁੱਪਾਂ ਵਾਲੇ ਜਿਹੜੇ ਨਦੀਨਨਾਸ਼ਕ ਸਾਡੇ ਕੋਲ ਮੌਜੂਦ ਨੇ, ਜਿਨ੍ਹਾਂ ਦੀ ਵਰਤੋਂ ਕਰਕੇ ਕਿਸਾਨ ਭਰਾ ਨਦੀਨਾਂ ਤੋਂ ਛੁਟਕਾਰਾ ਪਾ ਸਕਦੇ ਨੇ। ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਕਾਸ਼ਤਕਾਰੀ ਢੰਗਾਂ ਦੇ ਨਾਲ ਜਿਹੜੀ ਅਸੀਂ ਨਦੀਨਾਂ ਦੀ ਜਿਹੜੀ ਰੋਕਥਾਮ ਕਰਨੀ ਆ। ਸੋ ਪਹਿਲਾ ਕਾਸ਼ਤਕਾਰੀ ਢੰਗ, ਜਿਹੜੀ ਸਾਡੀ ਕਣਕ ਦੀ ਬਿਜਾਈ ਆ ਉਸ ਨੂੰ ਅਸੀਂ ਥੋੜੇ ਦਿਨ ਪਹਿਲਾਂ ਕਰਕੇ ਜਾਂ ਅਗੇਤੀ ਕਹਿ ਲਓ, ਅਗੇਤੀ ਅਸੀਂ ਕਣਕ ਦੀ ਬਿਜਾਈ ਕਰਕੇ ਜਿਹੜਾ ਮੁੱਖ ਤੌਰ ਤੇ ਨਦੀਨ
ਗੁੱਲੀ ਡੰਡਾ ਜਿਹੜਾ ਕਣਕ ਦੀ ਫਸਲ ਦੇ ਵਿੱਚ ਪਾਇਆ ਜਾਂਦਾ, ਕਿਸਾਨ ਭਰਾਵਾਂ ਨੂੰ ਪਰੇਸ਼ਾਨੀ ਹੁੰਦੀ ਆ। ਸੋ ਇਹ ਜਿਹੜਾ ਹੈਗਾ ਗੁੱਲੀ ਡੰਡੇ ਤੋਂ ਆਪਣੀ ਕਣਕ ਦੀ ਫਸਲ ਨੂੰ ਬਚਾ ਸਕਦੇ ਆ, ਕਿਉਂਕਿ ਜੇਕਰ 10-15 ਦਿਨਾਂ ਦੇ ਨਾਲ ਵੀ ਜਿਹੜੀ ਹੈਗੀ ਆ ਬਜਾਈ ਅਸੀਂ ਅੱਗੇ ਕਰ ਲੈਨੇ ਆ, ਤਾਂ ਜਦੋਂ ਤੱਕ ਗੁੱਲੀ ਡੰਡੇ ਦਾ ਸਮਾਂ ਆਉਂਦਾ ਉਦੋਂ ਤੱਕ ਸਾਡੀ ਕਣਕ ਉਨੇ ਕੁ ਦਿਨਾਂ ਦੀ ਹੋ ਜਾਂਦੀ ਆ ਕਿ ਜਿਹੜੀ ਉਸ ਗੁੱਲੀ ਡੰਡੇ ਦੇ ਨਾਲ ਜਿਹੜੀ ਚੰਗੀ ਤਰੀਕੇ ਦੇ ਨਾਲ ਟੱਕਰਾ ਲੈ ਸਕੇ। ਜਦ ਕਿ ਜੇਕਰ ਬਜਾਈ ਸਾਡੀ ਫਸਲ ਦੀ ਲੇਟ ਹੁੰਦੀ ਆ ਤਾਂ ਗੁੱਲੀ ਡੰਡੇ ਦੀ ਜਿਹੜੀ ਹੈਗੀ ਆ ਸਟੇਜ ਉਦਾਂ ਦੀ ਹੋ ਜਾਂਦੀ ਹੈ ਜਿਹੜੀ ਕਿ ਸਾਡੀ ਕਣਕ ਉਸ ਨੂੰ ਜਿਹੜੀ ਹੈਗੀ ਆ ਝੱਲ ਨਹੀਂ ਪਾਉਂਦੀ ਤੇ ਸਾਡੀ ਜਿਹੜੀ ਹੈਗੀ ਆ ਕਣਕ ਦਾ ਨੁਕਸਾਨ ਗੁੱਲੀ ਡੰਡਾ ਕਰ ਦਿੰਦਾ। ਦੂਜਾ ਕਾਸ਼ਤਕਾਰੀ ਢੰਗ, ਜੇਕਰ ਹਰੇਕ ਸਾਲ ਸਾਨੂੰ ਜਿਹੜੀ ਹੈਗੀ ਆ ਗੁੱਲੀ ਡੰਡੇ ਦੀ ਮੁਸ਼ਕਲ ਸਾਨੂੰ ਖੇਤ ਦੇ ਵਿੱਚ ਆਉਂਦੀ ਆ, ਸੋ ਅਸੀਂ ਫਸਲਾਂ ਦਾ ਫੇਰ ਬਦਲ ਕਰਕੇ ਵੀ ਜਿਹੜਾ ਹੈਗਾ ਨਦੀਨਾਂ ਦੀ ਰੋਕਥਾਮ ਕਰ ਸਕਦੇ ਆ। ਕਿਉਂਕਿ ਜ਼ਿਆਦਾ ਦੇਖੋ ਆਪਣੇ ਜਿਹੜਾ ਕਣਕ ਝੋਨੇ ਦਾ ਫਸਲੀ ਚੱਕਰ ਆ ਉਹ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਿਸਾਨ ਭਰਾਵਾਂ ਦੁਆਰਾ ਜਿਹੜਾ ਚਲਾਇਆ ਜਾਂਦਾ। ਸੋ ਜਿਹੜਾ ਹੈਗਾ ਹਾੜੀ ਦੇ ਵਿੱਚ ਜੇਕਰ ਗੁੱਲੀ ਡੰਡੇ ਦੀ ਜ਼ਿਆਦਾ ਮੁਸ਼ਕਲ ਆ ਤਾਂ ਅਸੀਂ ਹਾੜੀ ਦੇ ਵਿੱਚ ਕਣਕ ਦੀ ਜਗ੍ਹਾ ਤੇ ਹੋਰ ਫਸਲਾਂ ਜਿਵੇਂ ਸਰੋਂ, ਛੋਲੇ ਆਦਿ ਦੀ ਬਿਜਾਈ ਕਰਕੇ ਜਿਹੜਾ ਹੈਗਾ ਅਸੀਂ ਇਸ ਨਦੀਨ ਤੋਂ ਆਪਣੀਆਂ ਫਸਲਾਂ ਨੂੰ ਬਚਾ ਸਕਦੇ ਆ। ਜਾਂ ਤੀਜਾ ਜਿਹੜਾ ਕਾਸ਼ਤਕਾਰੀ ਢੰਗ ਆ ਉਹ ਪਿਛਲੇ ਸਮੇਂ ਦੇ ਵਿੱਚ ਕਾਫੀ ਜਿਹਨੇ ਪ੍ਰਸਿੱਧ ਕਹਿ ਲੋ ਇਹ ਤਕਨੀਕ ਹੋਈ ਆ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ। ਸੋ ਜੇਕਰ ਕਣਕ ਦੀ ਬਿਜਾਈ ਹੈਪੀ ਸੀਡਰ ਦੇ ਨਾਲ ਜਿਹੜੇ ਕਿਸਾਨ ਭਰਾ ਕਰਦੇ ਨੇ, ਸੋ ਪਰਾਲੀ ਨੂੰ ਬਿਨਾਂ ਅੱਗ ਲਾਏ ਖੇਤ ਦੇ ਵਿੱਚ ਹੀ ਜਜ਼ਬ ਕਰਕੇ ਬਿਜਾਈ ਕੀਤੀ ਜਾਂਦੀ ਆ। ਸੋ ਕਣਕ ਦੇ ਸਿਆੜਾਂ ਦੇ ਵਿੱਚ ਜਿਹੜੀ ਝੋਨੇ ਦੀ ਪਰਾਲੀ ਆ ਉਹ ਸਿਆੜਾਂ ਨੂੰ ਕਵਰ ਕਰ ਲੈਂਦੀ ਆ। ਸੋ ਉਸ ਵਿੱਚ ਜਿਹੜੇ ਹੈਗੇ ਆ ਨਦੀਨਾਂ ਦਾ ਉਗਣਾ ਬਹੁਤ ਮੁਸ਼ਕਲ ਹੁੰਦਾ। ਸੋ ਇਸ ਤਰ੍ਹਾਂ ਜਿਹੜਾ ਹੈਗਾ ਇਹ 2-3 ਕਾਸ਼ਤਕਾਰੀ ਢੰਗ ਨੇ ਜਿਨ੍ਹਾਂ ਨੂੰ ਕਿਸਾਨ ਭਰਾ ਬਿਨਾਂ ਕਿਸੇ ਖਰਚਾ ਕੀਤੇ ਅਪਣਾ ਕੇ ਜਿਹੜਾ ਹੈਗਾ ਬਿਨਾਂ ਰਸਾਇਣਾਂ ਦੀ ਵਰਤੋਂ ਕਰਦੇ ਹੋਏ ਜਿਹੜੇ ਕਣਕ ਦੇ ਮੁੱਖ ਨਦੀਨ ਆ ਉਹਨਾਂ ਦੀ ਜਿਹੜੀ ਹੈਗੀ ਆ ਰੋਕਥਾਮ ਕਰ ਸਕਦੇ ਨੇ। ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਸਾਡੇ ਕਿਸਾਨ ਵੀਰਾਂ ਨੂੰ ਰਸਾਇਣ ਰਹਿਤ ਖੇਤੀ ਕਰਨ ਦੀ ਜਿਹੜੀ ਸਲਾਹ ਹੈ ਉਹ ਦਿੱਤੀ ਹੈ। ਉਸ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਕਾਸ਼ਤਕਾਰੀ ਢੰਗਾਂ ਦੇ ਵਿੱਚ ਖਾਸ ਕਰਕੇ ਬਿਜਾਈ ਹੈ ਜਿਹੜੀ ਉਹ ਕੁਝ ਹੱਦ ਤੱਕ ਅਗੇਤੀ ਕਰ ਦਿੱਤੀ ਜਾਵੇ ਜੇਕਰ ਕਿਸਾਨ ਵੀਰਾਂ ਦੇ ਵੱਲੋਂ, ਤਾਂ ਇਹਨਾਂ ਨਦੀਨਾਂ ਦੀ ਰੋਕਥਾਮ ਤੁਸੀਂ ਦੱਸਿਆ ਕਿ ਹੋ ਸਕਦੀ ਹੈ। ਇਸ ਦੇ ਨਾਲ ਫੇਰ ਬਦਲ ਹੈ ਜਿਸ ਦੀ ਹਮੇਸ਼ਾ ਹੀ ਯੂਨੀਵਰਸਿਟੀ ਦੇ ਵੱਲੋਂ ਜਾਂ ਖੇਤੀ ਵਿਭਾਗ ਦੇ ਮਾਹਰਾਂ ਦੇ ਵੱਲੋਂ ਸਿਫਾਰਿਸ਼ ਜਿਹੜੀ ਉਹ ਲਗਾਤਾਰ ਕਿਸਾਨਾਂ ਨੂੰ ਕੀਤੀ ਜਾਂਦੀ ਹੈ ਕਿ ਜੇਕਰ ਫਸਲਾਂ ਦਾ ਫੇਰ ਬਦਲ ਹੁੰਦਾ ਰਹੇ ਤਾਂ ਨਦੀਨਾਂ ਦੀ ਜਿਹੜੀ ਆਮਦ ਹੈ ਉਹ ਕਿਤੇ ਨਾ ਕਿਤੇ ਫਸਲਾਂ ਦੇ ਵਿੱਚ ਘੱਟ ਹੁੰਦੀ ਹੈ। ਹੈਪੀ ਸੀਡਰ ਵੀ ਇੱਕ ਚੰਗਾ ਉਪਰਾਲਾ ਕਿਸਾਨ ਵੀਰਾਂ ਦੇ ਲਈ, ਜੇਕਰ ਉਹ ਇਸ ਦੀ ਵਰਤੋਂ ਕਰਦੇ ਨੇ ਤਾਂ ਕਿਤੇ ਨਾ ਕਿਤੇ ਸਿਆੜ ਹੈ ਜਿਹੜੇ ਉਹ ਢਕੇ ਹੋਣ ਦੇ ਕਰਕੇ ਬੇਸ਼ੱਕ ਉਹ ਝੋਨੇ ਦੀ ਪਰਾਲੀ ਦੇ ਨਾਲ ਹੀ ਕਿਉਂ ਨਾ ਹੋਣ, ਤਾਂ ਨਦੀਨ ਹੈ ਜਿਹੜੇ ਉਹਨਾਂ ਨੂੰ ਉੱਗਣ ਦੇ ਵਿੱਚ ਕਿਤੇ ਨਾ ਕਿਤੇ ਔਖਿਆਈ ਆਉਂਦੀ ਹੈ ਜਾਂ ਕਈ ਵਾਰੀ ਬਿਲਕੁਲ ਨਾ ਮਾਤਰ ਦੇ ਕਰੀਬ ਹੀ ਜਿਹੜੇ ਨਦੀਨ ਨੇ ਉਹ ਫਸਲ ਦਾ ਨੁਕਸਾਨ ਕਰਦੇ ਨੇ। ਕੀ ਇਸ ਤੋਂ ਇਲਾਵਾ ਵੀ ਡਾਕਟਰ ਸਾਹਿਬ ਕੋਈ ਹੋਰ ਤਰੀਕੇ ਨੇ ਕਿ ਜਿਹੜੇ ਕਿਸਾਨ ਵੀਰਾਂ ਨੇ ਇਹਨਾਂ ਦੱਸੇ ਹੋਏ ਤਰੀਕਿਆਂ ਦੇ ਅਨੁਸਾਰ ਨਾ ਕੀਤੀ ਹੋਵੇ ਬਿਜਾਈ ਤੇ ਅੱਜ ਉਹਨਾਂ ਦੇ ਖੇਤਾਂ ਦੇ ਵਿੱਚ ਨਦੀਨ ਖੜੇ ਹੋਣ, ਤਾਂ ਉਸ ਦੇ ਲਈ ਕਿਸਾਨ ਵੀਰ ਫਿਰ ਅੱਜ ਦੇ ਹਾਲ ਦੇ ਵਿੱਚ ਕੀ ਉਪਰਾਲਾ ਜਿਹੜਾ ਉਹ ਕਰ ਸਕਦੇ? ਘਾਹ ਵਾਲੇ ਨਦੀਨਾਂ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਜਿਵੇਂ ਮੈਂ ਪਹਿਲਾਂ ਗੱਲ ਕੀਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਕਾਫੀ ਤਰ੍ਹਾਂ ਦੇ ਰਸਾਇਣਿਕ ਜਿਹੜੇ ਸਿਫਾਰਿਸ਼ਸ਼ੁਦਾ ਨੇ। ਸੋ ਰਸਾਇਣਿਕ ਢੰਗ ਨਾਲ ਸਪਰੇਅ ਕਰਨ ਵਾਸਤੇ ਅਸੀਂ ਜਿਹੜਾ ਹੈਗਾ 3 ਹਿੱਸਿਆਂ ਦੇ ਵਿੱਚ ਵੰਡਦੇ ਆ ਸਪਰੇਅ ਕਰਨ ਦੇ ਸਮੇਂ ਦੇ ਅਨੁਸਾਰ। ਸੋ ਸਭ ਤੋਂ ਜੇ ਪਹਿਲੇ ਹਿੱਸੇ ਦੀ ਮੈਂ ਗੱਲ ਕਰਾਂ, ਜਿਹੜਾ ਬਿਜਾਈ ਤੋਂ ਤੁਰੰਤ ਬਾਅਦ ਰਸਾਇਣਾਂ ਦੀ ਵਰਤੋਂ ਕਰਦੇ ਹੋਏ ਨਦੀਨਾਂ ਦੀ ਰੋਕਥਾਮ ਕਰਨੀ। ਦੂਜਾ ਪਹਿਲੇ ਪਾਣੀ ਤੋਂ ਬਾਅਦ, ਦੂਜਾ ਪਹਿਲੇ ਪਾਣੀ ਤੋਂ ਪਹਿਲਾਂ, ਤੀਜਾ ਪਹਿਲੇ ਪਾਣੀ ਤੋਂ ਬਾਅਦ। ਸੋ ਸਭ ਤੋਂ ਪਹਿਲਾਂ ਜਿਹੜਾ ਬਿਜਾਈ ਤੋਂ ਤੁਰੰਤ ਬਾਅਦ ਸਟੌਂਪ ਦਵਾਈ ਜਿਹੜੀ ਦੇ ਵਿੱਚ ਸਟੌਂਪ 30% ਈਸੀ ਤਾਕਤ ਵਾਲੀ, ਜਿਹਦਾ ਪੈਂਡੀਮੈਥਲਿਨ ਬਹੁਤ ਪ੍ਰਚਲਿਤ ਜਿਹੜਾ ਹੈਗਾ ਰਸਾਇਣਿਕ ਨਦੀਨਨਾਸ਼ਕ, ਇਹਦੀ 1.5 ਲੀਟਰ ਮਾਤਰਾ ਪ੍ਰਤੀ ਏਕੜ ਕਿਸਾਨ ਭਰਾ
24 ਤੋਂ 48 ਘੰਟਿਆਂ ਦੇ ਵਿੱਚ ਬਿਜਾਈ ਤੋਂ ਬਾਅਦ ਕਰਕੇ ਜਿਹੜਾ ਹੈਗਾ ਨਦੀਨਾਂ ਦੀ ਰੋਕਥਾਮ ਕਰ ਸਕਦੇ ਨੇ। ਇਸੇ ਤਰ੍ਹਾਂ ਹੀ ਪੈਂਡੀਮੈਥਲਿਨ ਦੇ ਨਾਲ ਇੱਕ ਹੋਰ ਮਿਕਸਚਰ ਪੈਂਡੀਮੈਥਲਿਨ ਪਲੱਸ ਮੈਟਰੀਬਿਊਜ਼ਿਨ, ਜਿਹਨੂੰ ਕਿਸਾਨ ਭਰਾ ਪਲੇਟਫਾਰਮ 385 SC ਦੇ ਨਾਂ ਨਾਲ ਜਾਣਦੇ ਨੇ, ਉਸ ਦੀ ਵੀ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਕੇ ਜਿਹੜਾ ਹੈਗਾ ਬਿਜਾਈ ਤੋਂ ਤੁਰੰਤ ਬਾਅਦ ਨਦੀਨ ਉੱਗਣ ਤੋਂ ਪਹਿਲਾਂ ਉਹਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਆ। ਇਸ ਦੇ ਵਿੱਚ ਗੁਰਲੀਨ ਜੀ ਸਿਰਫ ਧਿਆਨ ਕਿਸਾਨ ਭਰਾਵਾਂ ਨੇ ਇਹ ਰੱਖਣਾ ਕਿ ਪਾਣੀ ਦੀ ਉਚਿਤ ਮਾਤਰਾ ਦੀ ਵਰਤੋਂ ਕਿਸਾਨ ਭਰਾ ਕਰਨ, ਕਿਉਂਕਿ ਕਈ ਵਾਰ ਵੇਖਿਆ ਜਾਂਦਾ ਵੀ ਕਿਸਾਨ ਸਿਰਫ 80 ਤੋਂ 100 ਲੀਟਰ ਪਾਣੀ ਦੀ ਵਰਤੋਂ ਹੀ ਕਰਦੇ ਨੇ, ਜਦ ਕਿ ਘੱਟੋ ਘੱਟ 125 ਤੋਂ 150 ਲੀਟਰ ਪਾਣੀ ਜਿਹੜਾ ਹੈਗਾ ਪ੍ਰਤੀ ਏਕੜ ਇਹ ਨਦੀਨਨਾਸ਼ਕਾਂ ਦੀ ਸਪਰੇਅ ਕਰਨ ਵਾਸਤੇ ਵਰਤਿਆ ਜਾਣਾ ਚਾਹੀਦਾ ਹੈ, ਤਾਂ ਹੀ ਜਿਹੜਾ ਹੈਗਾ ਇਹ ਜ਼ਿਆਦਾ ਅਸਰਦਾਰ ਸਾਬਤ ਹੁੰਦੇ ਨੇ। ਫਿਰ ਦੂਜੀ ਕਿਸਮ ਦੀ ਮੈਂ ਗੱਲ ਕੀਤੀ ਸੀ ਸਪਰੇਅ ਕਰਨ ਦੇ ਸਮੇਂ ਅਨੁਸਾਰ, ਵੀ ਜਿਹੜੀ ਪਹਿਲੀ ਸਿੰਚਾਈ ਤੋਂ ਪਹਿਲਾਂ ਅਸੀਂ ਨਦੀਨਨਾਸ਼ਕਾਂ ਦੀ ਸਪਰੇਅ ਕਰਨੀ ਆ ਜਦੋਂ ਨਦੀਨ ਉੱਗ ਆਉਂਦੇ ਨੇ। ਸੋ ਉਸ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਕਿਸਾਨ ਭਰਾਵਾਂ ਦੇ ਵਿੱਚ ਲੀਟਰ ਦਵਾਈ ਜਿਹੜੀ ਸਲਫੋਸਲਫਿਰੋਨ ਜਿਹੜਾ ਉਹਦਾ ਟੈਕਨੀਕਲ ਆ, ਉਹ 13 ਗ੍ਰਾਮ ਪ੍ਰਤੀ ਏਕੜ ਜਿਹੜੀ ਦਵਾਈ ਦੀ ਸਪਰੇਅ ਆ ਲੀਟਰ ਦੀ, ਇਹ ਕਿਸਾਨ ਭਰਾਵਾਂ ਨੂੰ ਕਰਨੀ ਚਾਹੀਦੀ ਆ। ਜਦੋਂ 20-25 ਦਿਨਾਂ ਦੀ ਫਸਲ ਜਿਹੜੀ ਹੈਗੀ ਆ ਹੋ ਜਾਂਦੀ ਆ ਤੇ ਪਹਿਲੇ ਪਾਣੀ ਤੋਂ ਜਿਹੜਾ ਹੈਗਾ ਪਹਿਲਾਂ ਇਹ ਲੀਟਰ ਦਵਾਈ ਦੀ ਜਿਹੜੀ ਸਪਰੇਅ ਆ 13 ਗ੍ਰਾਮ ਪ੍ਰਤੀ ਏਕੜ ਕਿਸਾਨ ਭਰਾ ਕਰਕੇ ਵੀ ਜਿਹੜਾ ਹੈਗਾ ਗੁੱਲੀ ਡੰਡੇ ਵਰਗੇ ਜਿਹੜੇ ਘਾਹ ਵਾਲੇ ਨਦੀਨ ਨੇ ਉਹਨਾਂ ਦੀ ਰੋਕਥਾਮ ਕਰ ਸਕਦੇ ਨੇ। ਸੋ ਇਸ ਦੇ ਲੀਟਰ ਦੇ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਵੀ ਜਿਹੜੇ ਵੀ ਖੇਤਾਂ ਦੇ ਵਿੱਚ ਕਿਸਾਨ ਭਰਾਵਾਂ ਨੇ ਕਣਕ ਦੇ ਨਾਲ ਸਰੋਂ ਦੀ ਫਸਲ, ਰਾਇਆ ਜਾਂ ਛੋਲੇ ਜਾਂ ਕੋਈ ਹੋਰ ਚੌੜੇ ਪੱਤੇ ਵਾਲੀ ਜਿਹੜੀ ਫਸਲ ਆ ਉਹ ਬੀਜੀ ਹੋਵੇ, ਤਾਂ ਉੱਥੇ ਅਸੀਂ ਜਿਹੜੀ ਹੈਗੀ ਆ ਇਹ ਜਿਹੜਾ ਲੀਟਰ ਰਸਾਇਣ ਆ ਉਸ ਦੀ ਵਰਤੋਂ ਨਹੀਂ ਕਰਨੀ। ਸੋ ਤੀਜੇ ਦੇ ਵਿੱਚ ਜਿਹੜਾ ਹੈਗਾ ਪਹਿਲੀ ਸਿੰਚਾਈ ਤੋਂ ਜਿਹੜਾ ਬਾਅਦ ਅਸੀਂ ਜਿਹੜੇ ਸਪਰੇਹਾਂ ਜਿਹੜੇ ਰਸਾਇਣਿਕ ਨਦੀਨਨਾਸ਼ਕਾਂ ਦੀਆਂ ਕਰਨੀਆਂ ਨੇ, ਉਹਨਾਂ ਦੇ ਵਿੱਚ ਟੌਪਿਕ ਦਵਾਈ ਹੈ ਜਿਹੜੀ ਕਲੋਡੀਨਾਫੋਪ ਟੈਕਨੀਕਲ ਆ, ਇਹਦਾ 160 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕਿਸਾਨ ਭਰਾਵਾਂ ਨੇ ਛਿੜਕਾਅ ਜਿਹੜਾ ਹੈਗਾ ਟੌਪਿਕ ਦਵਾਈ ਦਾ ਕਰਨਾ। ਜਾਂ ਫਿਰ ਐਕਸੀਐਲ ਦਵਾਈ ਆ, ਐਕਸੀਐਲ 5 EC ਪਿਨੋਕਸਾਡਿਨ, ਇਹ 400 ml ਜਿਹੜੀ ਦਵਾਈ ਆ ਮਤਲਬ 2.5 ਏਕੜ ਦੇ ਵਿੱਚ 1 ਲੀਟਰ ਜਿਹੜਾ ਦਵਾਈ ਦੀ ਸਪਰੇਅ ਕਿਸਾਨ ਭਰਾਵਾਂ ਨੇ ਕਰਨੀ ਆ। ਜਾਂ ਤੀਜੀ ਦਵਾਈ ਪਿਊਮਾ ਪਾਵਰ 10% EC ਜਿਹੜੀ ਕਿ ਫਨੋਕਸਾਪ੍ਰੋਪ ਪੀ ਇਥਾਈਲ, ਇਹ ਵੀ 400 ml ਦਵਾਈ ਪ੍ਰਤੀ ਏਕੜ ਜਿਹੜੀ ਹੈਗੀ ਆ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਇਹ ਸਾਰੀਆਂ ਦਵਾਈਆਂ ਕਿਸਾਨ ਭਰਾਵਾਂ ਨੇ ਪਹਿਲਾ ਪਾਣੀ ਜਦੋਂ ਲਾ ਲੈਂਦੇ ਆ ਨਦੀਨ ਉੱਗ ਪੈਂਦੇ ਆ, ਉਸ ਤੋਂ ਬਾਅਦ ਇਹ ਜਿਹੜੀਆਂ ਹੈਗੀਆਂ ਦਵਾਈਆਂ ਜਿਹੜੀਆਂ ਕਰਨੀਆਂ ਨੇ ਇਹ ਬਿਜਾਈ ਤੋਂ 30-35 ਦਿਨਾਂ ਦੇ ਵਿੱਚ ਇਹ ਜਿਹੜੀਆਂ ਦਵਾਈਆਂ ਇਹ ਕਿਸਾਨ ਭਰਾਵਾਂ ਨੂੰ ਕਰ ਲੈਣੀਆਂ ਚਾਹੀਦੀਆਂ ਨੇ, ਤਾਂ ਕਿ ਸਮੇਂ ਸਿਰ ਜਿਹੜਾ ਹੈਗਾ ਨਦੀਨਾਂ ਦੀ ਰੋਕਥਾਮ ਕਰਕੇ ਜਿਹੜਾ ਕਣਕ ਦਾ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕੇ। ਲੀਟਰ ਦਵਾਈ ਵੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ 13 ਗ੍ਰਾਮ ਪ੍ਰਤੀ ਏਕੜ ਇਹ ਲੀਟਰ ਦਵਾਈ ਵਰਤੀ ਜਾਣੀ ਆ। ਸੋ ਇਹ ਪਹਿਲੇ ਪਾਣੀ ਤੋਂ ਪਹਿਲਾਂ ਵੀ ਅਤੇ ਪਹਿਲੇ ਪਾਣੀ ਤੋਂ ਬਾਅਦ ਵੀ ਇਹ ਦਵਾਈ ਲੀਟਰ ਆ ਜਿਹੜੀ ਉਹ 13 ਗ੍ਰਾਮ ਪ੍ਰਤੀ ਏਕੜ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਕਿਸਾਨ ਭਰਾ ਜਿਹੜੇ ਘਾਹ ਵਾਲੇ ਨਦੀਨ ਆ, ਗੁੱਲੀ ਡੰਡਾ, ਉਸ ਦੀ ਰੋਕਥਾਮ ਵਾਸਤੇ ਕਰ ਸਕਦੇ ਨੇ। ਘਾਹ ਵਾਲੇ ਨਦੀਨਾਂ ਦੇ ਵਿੱਚ ਦੂਜਾ ਨਦੀਨ ਜਿਹੜਾ ਹੈਗਾ ਜੌਂਦਰ ਜਾਂ ਜੰਗਲੀ ਜਮੀ ਜੀ, ਇਸ ਦੀ ਰੋਕਥਾਮ ਵੀ ਉਹਨਾਂ ਨਦੀਨਨਾਸ਼ਕਾਂ ਦੇ ਨਾਲ ਹੋ ਜਾਂਦੀ ਆ ਜਿਹੜੇ ਕਿ ਅਸੀਂ ਗੁੱਲੀ ਡੰਡੇ ਵਾਸਤੇ ਵਰਤਦੇ ਆ। ਸੋ ਇਹ ਜਿਹੜੇ ਘਾਹ ਵਾਲੇ ਨਦੀਨਾਂ ਵਾਸਤੇ ਜਿਹੜੇ ਹੈਗੇ ਆ ਇੰਨੇ ਕੁ ਨਦੀਨਨਾਸ਼ਕ ਜਿਹੜੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ਸ਼ੁਦਾ ਕਿਸਾਨ ਭਰਾ ਉਚਿਤ ਮਾਤਰਾ ਦੇ ਵਿੱਚ ਪਾਣੀ ਦੀ ਵਰਤੋਂ ਕਰਦੇ ਹੋਏ ਵਰਤ ਸਕਦੇ ਨੇ। ਸੋ ਉਸ ਤੋਂ ਬਾਅਦ ਦੂਜੀ ਕਿਸਮ ਨਦੀਨਾਂ ਦੀ ਉਹ ਆਉਂਦੀ ਆ ਚੌੜੇ ਪੱਤੇ ਵਾਲੇ ਨਦੀਨ। ਚੌੜੇ ਪੱਤੇ ਵਾਲੇ ਨਦੀਨ ਜਿਵੇਂ ਮੈਂ ਪਹਿਲਾਂ ਦੱਸਿਆ ਬਾਥੂ ਜਾਂ ਕੰਡਿਆਲੀ ਪਾਲਕ ਜਾਂ ਬਟਨ ਬੂਟੀ ਆਦਿ ਜਿਹੜੇ ਹੈਗੇ ਆ ਨਦੀਨ ਚੌੜੇ ਪੱਤੇ ਵਾਲੇ ਹੁੰਦੇ ਆ। ਸੋ ਇਹਨਾਂ ਵਾਸਤੇ 2,4-D ਜਿਹੜਾ ਸੋਡੀਅਮ ਸਾਲਟ 80% ਤਾਕਤ ਵਾਲਾ WP ਜਾਂ 2,4-D ਜਿਹੜਾ ਇਥਾਈਲ ਐਸਟਰ
38% ਤਾਕਤ ਵਾਲਾ EC, ਇਹ ਜਿਹੜੇ ਹੈਗੇ ਆ 250 ਗ੍ਰਾਮ ਜੇ ਹੈਗਾ ਆਪਣਾ 2,4-D ਸੋਡੀਅਮ ਸਾਲਟ, ਤੇ ਜੇਕਰ ਇਥਾਈਲ ਐਸਟਰ ਆ ਉਹ 2,4-D 250 ml ਪ੍ਰਤੀ ਏਕੜ ਜਿਹੜਾ ਹੈਗਾ ਸਮੇਂ ਸਿਰ ਜਿਹੜੀ ਬੀਜੀ ਕਣਕ ਦੇ ਵਿੱਚ 35 ਤੋਂ 45 ਦਿਨਾਂ ਦੇ ਵਿੱਚ, ਤੇ ਜਿਹੜੀ ਪਛੇਤੀ ਦਸੰਬਰ ਦੇ ਵਿੱਚ ਬੀਜੀ ਫਸਲ ਆ ਉਹਦੇ ਚ 45 ਤੋਂ 55 ਦਿਨਾਂ ਦੇ ਵਿੱਚ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਕਿਸਾਨ ਭਰਾ ਸਪਰੇਅ ਕਰ ਸਕਦੇ ਆ, ਅਤੇ ਜਿਹੜੇ ਹੈਗੇ ਆ ਚੌੜੇ ਪੱਤੇ ਵਾਲੇ ਨਦੀਨ ਆ ਉਹਨਾਂ ਦੀ ਰੋਕਥਾਮ ਕਰ ਸਕਦੇ ਨੇ। ਦੂਜੀ ਦਵਾਈ ਇਸ ਦੇ ਵਿੱਚ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਦੇ ਲਈ ਐਲ ਗ੍ਰਿਪ ਦਵਾਈ ਜਿਹੜੀ ਦਾ ਜਿਹੜਾ ਟੈਕਨੀਕਲ ਮੈਟ ਸਲਫੂਰੋਨ, ਜਿਹੜਾ ਇਹਦੀ ਮਾਤਰਾ ਕਿਸਾਨ ਭਰਾਵਾਂ ਨੂੰ ਬੜੇ ਜਿਹੜਾ ਹੈਗਾ ਧਿਆਨ ਦੇ ਨਾਲ ਬੜੀ ਥੋੜੀ ਮਾਤਰਾ ਦੇ ਵਿੱਚ ਇਹ ਦਵਾਈ ਆ ਜਿਹੜੀ ਉਹ ਵਰਤੀ ਜਾਣੀ ਆ। 10 ਗ੍ਰਾਮ ਪ੍ਰਤੀ ਏਕੜ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਬਿਜਾਈ ਤੋਂ 30 ਤੋਂ 35 ਦਿਨਾਂ ਦੇ ਵਿੱਚ ਐਲ ਗ੍ਰਿਪ ਦੀ ਵਰਤੋਂ ਕਿਸਾਨ ਭਰਾ ਕਰ ਸਕਦੇ ਨੇ। ਜਾਂ ਇੱਕ ਏਮ ਦਵਾਈ 20 ਗ੍ਰਾਮ, ਇਹ ਵੀ ਇਹਦੇ ਵਾਸਤੇ ਜਿਹੜਾ 200 ਲੀਟਰ ਪਾਣੀ ਆ ਉਹ ਕਿਸਾਨ ਭਰਾ ਵਰਤਣ। ਸੋ ਇਸ ਤਰ੍ਹਾਂ ਜਿਹੜਾ ਹੈਗਾ ਚੌੜੇ ਪੱਤੇ ਵਾਲੇ ਨਦੀਨਾਂ ਵਾਸਤੇ ਵੀ ਜਿਹੜੀਆਂ ਇਹ 2-3 ਸਿਫਾਰਸ਼ਸ਼ੁਦਾ ਜਿਹੜੀਆਂ ਰਸਾਇਣਕ ਨਦੀਨਨਾਸ਼ਕ ਨੇ ਇਹਨਾਂ ਦੀ ਵਰਤੋਂ ਕਰਕੇ ਕਿਸਾਨ ਭਰਾ ਚੌੜੀ ਪੱਤੀ ਵਾਲੇ ਨਦੀਨਾਂ ਤੋਂ ਵੀ ਜਿਹੜਾ ਹੈਗਾ ਆਪਣੀ ਫਸਲ ਨੂੰ, ਆਪਣੀ ਕਣਕ ਨੂੰ ਬਚਾ ਸਕਦੇ ਨੇ। ਤੇ ਸਭ ਤੋਂ ਜਿਹੜੀ ਜ਼ਿਆਦਾ ਧਿਆਨ ਦੇਣ ਵਾਲੀ ਗੱਲ, ਜਦੋਂ ਤੁਸੀਂ ਚੌੜੀ ਪੱਤੀ ਵਾਲੇ ਨਦੀਨਾਂ ਦੀ ਜਦੋਂ ਅਸੀਂ ਸਪਰੇਅ ਕਰਨੀ ਆ, ਸੋ ਉਦੋਂ ਸਭ ਤੋਂ ਜਿਹੜੀ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਇਹੀ ਆ ਵੀ ਉਹ ਉੱਥੇ ਜਿੱਥੇ ਕਣਕ ਦੇ ਵਿੱਚ ਜਿਹੜੀਆਂ ਚੌੜੇ ਪੱਤੇ ਵਾਲੀਆਂ ਜਿਹੜੀਆਂ ਫਸਲਾਂ ਨੇ, ਜਿਵੇਂ ਸਰੋਂ, ਰਾਇਆ, ਛੋਲੇ ਜਾਂ ਕੋਈ ਹੋਰ ਚੌੜੇ ਪੱਤੇ ਵਾਲੀ ਫਸਲ ਜਿਹੜੀ ਰਲਾ ਕੇ ਬੀਜੀ ਹੋਵੇ, ਤਾਂ ਫਿਰ ਜਿਹੜੀ ਅਸੀਂ 2,4-D ਐਲ ਗ੍ਰਿਪ ਜਾਂ ਜਿਹੜੀਆਂ ਵੀ ਮੈਂ ਰਸਾਇਣਾਂ ਦੀ ਗੱਲ ਕੀਤੀ ਆ ਉਹਦੀ ਵਰਤੋਂ ਕਿਸਾਨ ਭਰਾਵਾਂ ਵੱਲੋਂ ਨਾ ਕੀਤੀ ਜਾਵੇ, ਕਿਉਂਕਿ ਚੌੜੀ ਪੱਤੀ ਵਾਲੇ ਨਦੀਨਾਂ ਨੂੰ ਖਤਮ ਕਰਦੇ ਕਰਦੇ ਅਸੀਂ ਇਹਨਾਂ ਫਸਲਾਂ ਦਾ ਵੀ ਕਿਸਾਨ ਭਰਾ ਨੁਕਸਾਨ ਕਰ ਬੈਠਣਗੇ ਜੇਕਰ ਇਹ ਰਸਾਇਣਾਂ ਦੀ ਅਸੀਂ ਵਰਤੋਂ ਕਰਦੇ ਹਾਂ। ਸੋ ਘਾਹ ਤੇ ਚੌੜੇ ਪੱਤੇ ਵਾਲੇ ਨਦੀਨਾਂ ਲਈ ਵੱਖ-ਵੱਖ ਨਦੀਨਨਾਸ਼ਕਾਂ ਦੀ ਤਾਂ ਅਸੀਂ ਗੱਲ ਕਰ ਹੀ ਲਈ ਆ। ਸੋ ਇਹੋ ਜਿਹੇ ਜਿਹੜੇ ਨਦੀਨਨਾਸ਼ਕ ਵੀ ਬਾਜ਼ਾਰ ਦੇ ਵਿੱਚ ਸਰਕਾਰ ਵੱਲੋਂ ਸਿਫਾਰਸ਼ਸ਼ੁਦਾ ਨੇ, ਜਿਹੜੇ ਕਿ ਦੋਨਾਂ ਕਿਸਮ ਦੇ ਜਿਹੜੇ ਨਦੀਨਾਂ ਨੂੰ ਰੋਕ ਲੈਂਦੇ ਨੇ। ਸੋ ਉਸ ਦੇ ਵਿੱਚ ਪਹਿਲੀ ਦਵਾਈ ਟੋਟਲ ਦੇ ਨਾਮ ਹੇਠ ਵਿਕਦੀ ਆ, ਉਹਦੇ ਵਿੱਚ ਸਲਫੋਸਲਫਿਰੋਨ ਤੇ ਮੈਟ ਸਲਫੂਰੋਨ ਨਾਮ ਦੇ ਜਿਹੜੇ ਟੈਕਨੀਕਲ ਆ ਇਹਨਾਂ ਦਾ ਮਿਕਸਚਰ ਆ। ਸੋ 16 ਗ੍ਰਾਮ ਦਵਾਈ ਪ੍ਰਤੀ ਏਕੜ ਇਹ ਕਿਸਾਨ ਭਰਾਵਾਂ ਨੇ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਬਿਜਾਈ ਤੋਂ 30-35 ਦਿਨਾਂ ਦੇ ਵਿੱਚ ਕਣਕ ਦੀ ਫਸਲ ਤੇ ਕਰਨੀ ਆ। ਸੋ ਜਾਂ ਦੂਜੀ ਦਵਾਈ ਜਿਹੜੀ ਅਟਲਾਂਟਿਸ 3.6 WDG, ਇਹ ਵੀ ਜਿਹੜੀ ਹੈਗੀ ਆ ਮੀਜੋਸਲਫਰੋਨ ਪਲੱਸ ਆਈਡੋਸਲਫਰੋਨ, ਇਹ ਵੀ 160 ਗ੍ਰਾਮ ਪ੍ਰਤੀ ਏਕੜ ਦਵਾਈ ਵਰਤੀ ਜਾਣੀ ਆ। ਜਾਂ ਅਕੋਰਡ ਪਲੱਸ 22 EC ਦਵਾਈ ਅੱਧਾ ਲੀਟਰ, ਸ਼ਗਨ 2111 ਜਿਹੜੀ ਹੈਗੀ ਆ 200 ਗ੍ਰਾਮ, ਜਿਹੜੀ ਦੇ ਵਿੱਚ ਕਲੋਡੀਨਾ ਫੋਪ ਤੇ ਮੈਟਰੀਬਿਊਜ਼ਨ ਜਿਹੜੀ ਦਵਾਈ ਆ ਉਹ ਪ੍ਰਤੀ ਏਕੜ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਅਸੀਂ ਦੋਨੇ ਕਿਸਮਾਂ ਦੇ ਨਦੀਨ, ਜਿਹੜੇ ਚੌੜੀ ਪੱਤੀ ਵਾਲੇ ਆ ਜਾਂ ਜਿਹੜੇ ਘਾਹ ਵਾਲੇ ਨਦੀਨ ਆ, ਉਹਨਾਂ ਦੀ ਜਿਹੜੀ ਹੈਗੀ ਆ ਰੋਕਥਾਮ ਕਰ ਸਕਦੇ ਆ। ਤੇ ACM 9 ਜਿਹੜੀ ਦਵਾਈ ਹੈ 240 ਗ੍ਰਾਮ ਪ੍ਰਤੀ ਏਕੜ ਕਿਸਾਨ ਭਰਾਵਾਂ ਨੇ ਜਿਹੜੇ ਹੈਗੇ ਆ ਦੋਨੇ ਤਰ੍ਹਾਂ ਦੇ ਨਦੀਨ ਦੀ ਰੋਕਥਾਮ ਕਰਨ ਵਾਸਤੇ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਇਹ ਜਿਹੜੀਆਂ ਸਪਰੇਹਾਂ 3-4 ਜਿਹੜੀਆਂ ਹੈਗੀਆਂ ਮੈਂ ਦੱਸੀਆਂ ਨੇ ਦੋਨਾਂ ਕਿਸਮਾਂ ਵਾਸਤੇ, ਇਹਨਾਂ ਦੀ ਸਪਰੇਅ ਸਮੇਂ ਸਿਰ ਕਰਕੇ ਜਿਹੜਾ ਹੈਗਾ ਇਹਨਾਂ ਨਦੀਨਾਂ ਤੇ ਚੰਗੀ ਤਰ੍ਹਾਂ ਜਿਹੜਾ ਹੈਗਾ ਕਾਬੂ ਪਾਇਆ ਜਾ ਸਕਦਾ। ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਰਸਾਇਣ ਨੇ ਉਹ ਕਿਸਾਨ ਵੀ ਵਰਤ ਸਕਦੇ ਨੇ, ਚਾਹੇ ਉਹ ਵੱਖਰੇ ਤੌਰ ਦੇ ਉੱਤੇ ਘਾਹ ਵਾਲੇ ਨਦੀਨਾਂ ਦੇ ਲਈ ਵਰਤਣੇ ਚਾਹੁੰਦੇ ਹੋਣ ਜਾਂ ਫਿਰ ਚੌੜੀ ਪੱਤਿਆਂ ਵਾਲੇ ਨਦੀਨਾਂ ਦੇ ਲਈ ਵਰਤਣੇ ਚਾਹੁੰਦੇ ਹੋਣ, ਪਰ ਜੇਕਰ ਉਹਨਾਂ ਦੇ ਖੇਤ ਦੇ ਵਿੱਚ ਦੋਨੋਂ ਤਰ੍ਹਾਂ ਦੇ ਹੀ ਨਦੀਨ ਪਾਏ ਜਾਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਇਕੱਠੇ ਜਿਹੜੇ ਦੋਨਾਂ ਹੀ ਨਦੀਨਾਂ ਦੇ ਉੱਤੇ ਕਾਬੂ ਪਾਉਣ ਵਾਲੇ ਨਦੀਨਨਾਸ਼ਕ ਨੇ ਉਹਨਾਂ ਦੀ ਵੀ ਵਰਤੋਂ ਕਰ ਸਕਦੇ ਆ। ਇਸ ਦੇ ਨਾਲ ਹੀ ਤੁਸੀਂ ਕਿਸਾਨ ਵੀਰਾਂ ਨੂੰ ਇਹ ਵੀ ਦੱਸਿਆ ਕਿ ਬਿਨਾਂ ਖਰਚਾ ਕੀਤੇ ਕਾਸ਼ਤਕਾਰੀ ਢੰਗ ਦੇ ਨਾਲ ਸ਼ੁਰੂਆਤੀ ਸਮੇਂ ਦੇ ਵਿੱਚ ਹੀ ਨਦੀਨਾਂ ਦੀ ਰੋਕਥਾਮ ਵੀ ਵਧੀਆ ਢੰਗ ਦੇ ਨਾਲ ਕੀਤੀ ਜਾ ਸਕਦੀ ਆ। ਪਰ ਸਵਾਲ ਮੁੜ ਕੇ ਉੱਥੇ ਹੀ ਆ ਜਾਂਦਾ ਹੈ। ਕਿਸਾਨ ਵੀਰਾਂ ਦਾ ਅਕਸਰ ਇਹ ਕਹਿਣਾ ਹੈ ਕਿ ਨਦੀਨਾਂ ਤੇ ਕਾਬੂ ਪਾਉਣ ਦੀਆਂ ਉਹ ਵਾਰ-ਵਾਰ ਕੋਸ਼ਿਸ਼ਾਂ ਕਰਦੇ ਨੇ, ਹਾਲਾਂਕਿ ਨਿਰੰਤਰ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕਿਸਾਨ ਵੀਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ,
ਪਰ ਨਦੀਨਾਂ ਦੀ ਸਮੱਸਿਆ ਜਿਹੜੀ ਉਹ ਹਰ ਵਾਰ ਉਦੋਂ ਵੀ ਵੱਧ ਕੇ ਸਾਹਮਣੇ ਆਉਂਦੀ ਹੈ। ਜਿਵੇਂ ਕਿ ਜੇ ਪਿਛਲੀ ਵਾਰ ਉਹਨਾਂ ਦੇ ਕਿਤੇ ਨਾ ਕਿਤੇ ਖੇਤ ਦੇ ਵਿੱਚ ਕੋਈ ਨਦੀਨ ਦਿਖਾਈ ਦਿੰਦਾ ਸੀ, ਉੱਥੇ ਹੀ ਸਮੇਂ ਦੇ ਹਿਸਾਬ ਉਹਨਾਂ ਨਦੀਨਾਂ ਦੀ ਮਾਤਰਾ ਜਿਹੜੀ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ। ਤਾਂ ਫਿਰ ਇਹਨਾਂ ਗੱਲਾਂ ਦੇ ਪਿੱਛੇ ਕੀ ਕਾਰਨ ਰਹਿੰਦੇ ਨੇ? ਗੁਰਲੀਨ ਜੀ, ਤੁਸੀਂ ਬਹੁਤ ਵਾਜਬ ਸਵਾਲ ਜਿਹੜਾ ਕੀਤਾ ਹੈਗਾ ਕਿ ਕਿਸਾਨ ਭਰਾ ਨਦੀਨਾਂ ਨੂੰ ਕਾਬੂ ਕਰਨ ਲਈ ਵਾਰ-ਵਾਰ ਕੋਸ਼ਿਸ਼ਾਂ ਕਰਦੇ ਨੇ, ਪਰੰਤੂ ਨਦੀਨਾਂ ਦੀ ਸਮੱਸਿਆ ਹਰੇਕ ਸਾਲ ਜਿਹੜੀ ਹੈਗੀ ਆ ਵੱਧ ਕੇ ਸਾਹਮਣੇ ਆਉਂਦੀ ਆ। ਸੋ ਇਸ ਤਰ੍ਹਾਂ ਜਿਹੜੇ ਹੈਗੇ ਆ ਇਹਨਾਂ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਜਿਹੜੀਆਂ ਮਹਿੰਗੀਆਂ ਨਦੀਨਨਾਸ਼ਕ ਦਵਾਈਆਂ ਨੇ ਉਹਨਾਂ ਦਾ ਕਿਸਾਨ ਭਰਾਵਾਂ ਨੂੰ ਉਹਨਾਂ ਦੀ ਵਰਤੋਂ ਕਰਨੀ ਪੈਂਦੀ ਆ। ਸੋ ਜਿਹੜਾ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀ ਖੇਤੀ ਖਰਚੇ ਅਤੇ ਖੇਤੀ ਦੀ ਲਾਗਤ ਆ ਉਹ ਜਿਹੜੀ ਹੈਗੀ ਆ ਕਾਫੀ ਵੱਧ ਜਾਂਦੀ ਆ, ਜਿਹਦੇ ਨਾਲ ਜਿਹੜਾ ਹੈਗਾ ਕਿਸਾਨਾਂ ਦੀ ਜਿਹੜੀ ਇਨਕਮ ਤੇ ਆ ਜਿਹੜਾ ਉਹ ਬੁਰਾ ਪ੍ਰਭਾਵ ਪੈਂਦਾ। ਸੋ ਸਭ ਤੋਂ ਪਹਿਲਾਂ ਜੇ ਮੈਂ ਇਹਦੇ ਕਾਰਨ ਦੀ ਮੈਂ ਗੱਲ ਕਰਾਂ ਵੀ ਵਾਰ-ਵਾਰ ਜਿਹੜੀ ਹੈਗੀ ਆ ਨਦੀਨਾਂ ਦੀ ਸਮੱਸਿਆ ਇੰਨੀ ਕਿਉਂ ਆਉਂਦੀ ਆ ਹਰੇਕ ਫਸਲ ਦੇ ਵਿੱਚ, ਸੋ ਸਭ ਤੋਂ ਜਿਹੜਾ ਵੱਡਾ ਕਾਰਨ ਇਹਦੇ ਵਿੱਚ ਇਹ ਆ ਕਿ ਨਦੀਨਾਂ ਦੇ ਜਿਹੜੀ ਬੀਜਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਆ ਮੁੱਖ ਫਸਲ ਦੇ ਮੁਕਾਬਲੇ। ਜਦ ਕਿ ਜਿੱਦਾਂ ਆਪਾਂ ਕਣਕ ਦੀ ਗੱਲ ਕਰ ਰਹੇ ਆ, ਸੋ ਕਣਕ ਦੇ ਵਿੱਚ ਮੈਂ ਗੱਲ ਕਰੂੰਗਾ ਉਦਾਹਰਨ ਦੇ ਤੌਰ ਤੇ ਗੁੱਲੀ ਡੰਡੇ ਦੀ ਜਾਂ ਬਾਥੂ ਦੀ। ਸੋ ਸਭ ਤੋਂ ਪਹਿਲਾਂ ਜੇ ਆਪਾਂ ਕਣਕ ਦੀ ਇੱਕ ਬੱਲੀ ਦੀ ਵੀ ਜੇ ਆਪਾਂ ਗੱਲ ਕਰਦੇ ਆ, ਸੋ ਜਾਂ ਉਹਦੇ ਵਿੱਚ 50 ਦਾਣੇ ਹੋ ਸਕਦੇ ਆ, 60 ਹੋ ਸਕਦੇ ਆ, ਪਰੰਤੂ ਇਸ ਦੇ ਵਿੱਚ ਪਾਏ ਜਾਣ ਵਾਲੇ ਜਿਹੜੇ ਨਦੀਨ ਨੇ ਉਹਨਾਂ ਦੇ ਵਿੱਚ ਗੁੱਲੀ ਡੰਡਾ ਜਾਂ ਬਾਥੂ ਇਹਨਾਂ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਬੀਜ ਆ ਉਹ ਬਣਦੇ ਨੇ। ਸੋ ਇਸ ਤਰ੍ਹਾਂ ਜਿਹੜੀ ਹੈਗੀ ਆ ਬੀਜਾਂ ਦੀ ਗਿਣਤੀ ਦੇ ਵਿੱਚ ਵੀ ਜਿਹੜਾ ਹੈਗਾ ਕਾਫੀ ਜਿਹੜੀ ਹੈਗੀ ਆ ਅੰਤਰ ਹੋਣ ਕਰਕੇ ਜਿਹੜਾ ਇਦਾਂ ਦੀ ਸਮੱਸਿਆ ਜਿਹੜੀ ਉਹ ਆਉਂਦੀ ਆ। ਸੋ ਬਾਕੀ ਜਿਹੜਾ ਹੈਗਾ ਦੂਜਾ ਨਦੀਨਾਂ ਦੇ ਗੁਣ ਇਹੋ ਜਿਹੇ ਹੁੰਦੇ ਨੇ ਕਿ ਕਈ ਸਾਲਾਂ ਤੱਕ ਜੇ ਇਹ ਮਿੱਟੀ ਦੇ ਵਿੱਚ ਵੀ ਪਏ ਰਹਿਣ ਤਾਂ ਇਹ ਉੱਗਣ ਦੀ ਸ਼ਕਤੀ ਰੱਖਦੇ ਨੇ। ਜੀ ਡਾਕਟਰ ਸਾਹਿਬ, ਇਸ ਸਵਾਲ ਦੇ ਉੱਤੇ ਮੁੜਾ ਨੇ ਇੱਕ ਕਿਸਾਨ ਵੀ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ, ਆ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ। ਜੀ ਸਵਾਲ ਕੀ ਹੈ ਜੀ ਤੁਹਾਡਾ? ਜੀ ਹਾਂਜੀ, ਬਿਲਕੁਲ ਠੀਕ ਤੁਸੀਂ ਗੱਲ ਕਹੀ ਹੈ ਜੀ। ਮੈਂ ਪਹਿਲਾਂ ਵੀ ਜਿਵੇਂ ਚੇਤਾ ਸਿੰਘ ਜੀ ਗੱਲ ਕੀਤੀ ਵੀ 2,4-D ਤਾਂ ਅਸੀਂ ਜਿਹੜਾ ਹੈਗਾ ਜਿੱਥੇ ਵੀ ਮਤਲਬ ਚੌੜੀ ਪੱਤੀ ਵਾਲੇ ਜਿਹੜੀਆਂ ਫਸਲਾਂ ਅਸੀਂ ਬੀਜਣੀਆਂ ਨੇ ਉਹਨਾਂ ਤੇ ਜਿਹੜਾ ਹੈਗਾ ਬੁਰਾ ਪ੍ਰਭਾਵ ਇਸ ਰਸਾਇਣ ਦਾ ਜਿਹੜਾ ਰਹਿੰਦਾ ਹੈਗਾ। ਸੋ ਬਾਕੀ ਜਿਹੜਾ ਹੈਗਾ ਇਹਦੇ ਵਿੱਚ ਤੁਸੀਂ ਜਿਹੜਾ ਹੈਗਾ ਇੱਕ ਵੈਸੇ ਜਦੋਂ ਹਾੜੀ ਦੇ ਵਿੱਚ ਜਿਹੜੀ ਫਸਲ ਅਸੀਂ ਜੇਕਰ ਚੌੜੇ ਪੱਤੇ ਵਾਲੀ ਬੀਜਦੇ ਆ ਉਹਨਾਂ ਤੇ ਹੀ ਜਿਹੜਾ ਹੈਗਾ ਇਹਦਾ ਜ਼ਿਆਦਾ ਪ੍ਰਭਾਵ ਜਿਹੜਾ ਹੁੰਦਾ, ਕਿਉਂਕਿ ਉਹਦੇ ਵਿੱਚ ਜਿਹੜਾ ਨਰਮੇ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ 6 ਮਹੀਨਿਆਂ ਦਾ ਅੰਤਰ ਜਿਹੜਾ ਹੈਗਾ ਹੋ ਜਾਂਦਾ। ਸੋ ਉਸ ਸਮੇਂ ਤੱਕ ਤਾਂ ਮੈਨੂੰ ਲੱਗਦਾ ਜਿਹੜਾ ਹੈਗਾ ਉਹਦਾ ਜ਼ਿਆਦਾ ਪ੍ਰਭਾਵ ਤੁਹਾਡੀ ਨਰਮੇ ਦੀ ਫਸਲ ਤੇ ਤਾਂ ਨਹੀਂ ਹੋਊਗਾ, ਪਰ ਫਿਰ ਵੀ ਜਿਹੜਾ ਹੈਗਾ ਜਿਹੜੇ ਵਾਣਾ ਦੇ ਵਿੱਚ ਜੇਕਰ ਅਸੀਂ ਅੱਗੇ ਹਾੜੀ ਦੇ ਸੌਣੀ ਦੇ ਵਿੱਚ ਝੋਨੇ ਦੀ ਫਸਲ ਬੀਜਣੀ ਆ ਉੱਥੇ ਅਸੀਂ 2,4-D ਦੀ ਵਰਤੋਂ ਆ ਜਿਹੜੀ ਉਹ ਸਿਫਾਰਿਸ਼ ਕਰਦੇ ਆ। ਨਰਮੇ ਦੇ ਵਿੱਚ ਇਹਦੀ ਜਿਹੜੀ ਹੈਗੀ ਆ ਜਿੱਥੇ ਨਰਮਾ ਅਸੀਂ ਸੌਣੀ ਦੇ ਵਿੱਚ ਬੀਜਣਾ ਤਾਂ ਉੱਥੇ ਚੇਤਾ ਸਿੰਘ ਜੀ ਇਹ ਤੋਂ ਗਰੇਜ਼ ਕੀਤਾ ਜਾ ਸਕਦਾ। ਜੀ ਸਟੂਡੀਓ ਦੇ ਵਿੱਚ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਾਕੀ ਕਿਸਾਨ ਵੀਰਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਆਪਣੇ ਬਣਦੇ ਸਵਾਲ ਖਾਸ ਕਰਕੇ ਕਣਕ ਦੇ ਨਦੀਨਾਂ ਦੀ ਰੋਕਥਾਮ ਸੰਬੰਧੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੌਰਾਨ ਵੀ ਪੁੱਛ ਸਕਣਗੇ ਤੇ ਉਹ ਸਾਡਾ ਸਟੂਡੀਓ ਦਾ ਫੋਨ ਨੰਬਰ 0164424331 ਡਾਇਲ ਕਰਕੇ ਡਾਕਟਰ ਸਾਹਿਬ ਤੋਂ ਆਪਣੇ ਬਣਦੇ ਸਵਾਲ ਲੈ ਸਕਦੇ ਆ। ਡਾਕਟਰ ਸਾਹਿਬ, ਬਾਕੀ ਰਹਿੰਦੀ ਜਿਹੜੀ ਜਾਣਕਾਰੀ ਉਹ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਦੌਰਾਨ ਕਿਸਾਨ ਵੀਰਾਂ ਦੇ ਨਾਲ ਕਰਾਂਗੇ ਸਾਂਝੀ। ਤੇ ਹਾਲ ਦੀ ਘੜੀ ਮੈਨੂੰ ਗੁਰਲੀਨ ਸਿੱਧੂ ਨੂੰ ਪ੍ਰੋਗਰਾਮ ਕਿਸਾਨ ਬਾਣੀ ਚੋਂ ਦਿਓ ਆ ਗਿਆ ਤੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਸੁਣ ਰਹੇ ਸਾਰੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਮੇਰੀ ਗੁਰਲੀਨ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਸਾਨ ਵੀਰੋ ਤੇ ਭੈਣੋ, ਅੱਜ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਦੌਰਾਨ ਸਾਡਾ ਗੱਲਬਾਤ ਦਾ ਵਿਸ਼ਾ ਹੈ ਕਣਕ ਵਿੱਚ ਨਦੀਨਾਂ ਦੀ ਰੋਕਥਾਮ ਦੇ ਲਈ ਜ਼ਰੂਰੀ ਨੁਕਤੇ। ਤੇ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਅਸਮਾਨਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਪੀਪੀ ਜ਼ਿਲ੍ਹਾ ਬਠਿੰਡਾ। ਤੋਂ ਡਾਕਟਰ ਸਾਹਿਬ, ਸਟੂਡੀਓ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਹਾਂਜੀ ਗੁਰਲੀਨ ਜੀ।
ਜੀ ਇਸ ਦੇ ਨਾਲ ਹੀ ਕਿਸਾਨ ਵੀਰੋ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕਣਕ ਵਿੱਚ ਨਦੀਨਾਂ ਦੀ ਰੋਕਥਾਮ ਦੇ ਲਈ ਜ਼ਰੂਰੀ ਨੁਕਤਿਆਂ ਦੇ ਸੰਬੰਧ ਦੇ ਵਿੱਚ ਜੇ ਤੁਹਾਡੇ ਕੋਈ ਸਵਾਲ ਨੇ ਤਾਂ ਸਟੂਡੀਓ ਦਾ ਨੰਬਰ 0164424331 ਡਾਇਲ ਕਰਕੇ ਤੁਸੀਂ ਡਾਕਟਰ ਸਾਹਿਬ ਤੋਂ ਆਪਣੇ ਬਣਦੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਡਾਕਟਰ ਸਾਹਿਬ ਪਿਛਲੇ ਪ੍ਰੋਗਰਾਮ ਕਿਸਾਨ ਬਾਣੀ ਦੇ ਦੌਰਾਨ ਅਸੀਂ ਬੇਸ਼ੱਕ ਸਾਡੇ ਕਿਸਾਨ ਵੀਰਾਂ ਦੇ ਨਾਲ ਗੱਲਬਾਤ ਸਾਂਝੀ ਕੀਤੀ ਕਿ ਨਦੀਨ ਹੁੰਦੇ ਕੀ ਨੇ, ਖਾਸ ਕਰਕੇ ਜੇਕਰ ਉਹਨਾਂ ਦੀ ਪਰਿਭਾਸ਼ਾ ਜਾਂ ਉਹਨਾਂ ਨੂੰ ਸਮਝਣਾ ਹੋਵੇ ਕਿ ਕੀ ਨੇ, ਖਾਸ ਕਰਕੇ ਹਾੜੀ ਦੀਆਂ ਫਸਲਾਂ ਦੇ ਵਿੱਚ ਕਿਹੜੀ ਕਿਸਮ ਦੇ ਜਿਹੜੇ ਨਦੀਨ ਨੇ ਉਹ ਪਾਏ ਜਾਂਦੇ ਨੇ, ਕਿਵੇਂ ਉਹਨਾਂ ਦੀ ਜਿਹੜੀ ਪਹਿਚਾਣ ਕਿਸਾਨ ਵੀਰ ਕਰ ਸਕਦੇ ਨੇ, ਇਸ ਦੇ ਨਾਲ ਹੀ ਕਿਹੜੇ ਰਸਾਇਣਾਂ ਦੀ ਵਰਤੋਂ ਦੇ ਨਾਲ ਜਾਂ ਬਿਨਾਂ ਰਸਾਇਣਾਂ ਦੀ ਵਰਤੋਂ ਕੀਤੇ ਬਿਨਾਂ ਕੋਈ ਖਰਚ ਖੇਚਲ ਕੀਤੇ ਕਿਵੇਂ ਨਦੀਨਾਂ ਤੋਂ ਜਿਹੜਾ ਬਚਾਅ ਹੈ ਉਹ ਆਪਣੇ ਖੇਤਾਂ ਦਾ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਅਸੀਂ ਕਿਸਾਨ ਵੀਰਾਂ ਦੇ ਇੱਕ ਸਵਾਲ ਨੂੰ ਵੀ ਤੁਹਾਡੇ ਨਾਲ ਸਾਂਝਾ ਕੀਤਾ ਕਿ ਨਦੀਨਾਂ ਦੇ ਉੱਤੇ ਵਾਰ-ਵਾਰ ਰਸਾਇਣਾਂ ਦੀ ਵਰਤੋਂ ਕਰਨ ਦੇ ਬਾਵਜੂਦ ਵੀ ਹਰ ਵਾਰ ਜਿਹੜੀ ਸਮੱਸਿਆ ਉਹਨਾਂ ਨੂੰ ਵੱਧ ਕੇ ਆਉਂਦੀ ਹੈਗੀ। ਜੇਕਰ ਇਸ ਦੇ ਉੱਤੇ ਆਪਾਂ ਹੋਰ ਵਿਸਥਾਰ ਦੇ ਨਾਲ ਗੱਲ ਕਰੀਏ ਤਾਂ ਹੋਰ ਕੀ ਕਾਰਨ ਹੈ ਜਿਹੜੇ ਇਹ ਸਮੱਸਿਆ ਮੁੜ ਕੇ ਕਿਸਾਨ ਵੀਰਾਂ ਨੂੰ ਇਸ ਦਾ ਸਾਹਮਣਾ ਕਰਨਾ ਪੈ ਰਿਹਾ? ਗੁਰਲੀਨ ਜੀ, ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਮੈਂ ਦੋ ਕਾਰਨ ਜਿਹੜੇ ਕਿਸਾਨ ਭਰਾਵਾਂ ਦੇ ਨਾਲ ਸਾਂਝੇ ਕੀਤੇ ਸੀ। ਇੱਕ ਤਾਂ ਬੀਜਾਂ ਦੀ ਗਿਣਤੀ, ਜਿਹੜੀ ਨਦੀਨਾਂ ਦੇ ਬੀਜਾਂ ਦੀ ਗਿਣਤੀ ਆ ਉਹ ਮੁੱਖ ਫਸਲ ਦੇ ਨਾਲੋਂ ਕਾਫੀ ਜ਼ਿਆਦਾ ਹੁੰਦੀ ਆ। ਸੋ ਇਸ ਤਰ੍ਹਾਂ ਜਿਹੜੀ ਹੈਗੀ ਆ ਇਹਨਾਂ ਦੀ ਜਿਹੜੀ ਗਿਣਤੀ ਆ ਉਹ ਅੱਗੇ ਵੱਧਦੀ ਜਾਂਦੀ ਆ। ਸੋ ਦੂਜਾ ਕਾਰਨ ਇਹਦੇ ਨਦੀਨਾਂ ਦੇ ਵਿੱਚ ਇਹ ਆ ਵੀ ਨਦੀਨ ਜੇ ਕਈ ਸਾਲਾਂ ਤੱਕ ਮਿੱਟੀ ਦੇ ਵਿੱਚ ਵੀ ਪਏ ਰਹਿਣ ਤਾਂ ਇਹ ਉੱਗਣ ਦੀ ਸ਼ਕਤੀ ਇਹਨਾਂ ਦੀ ਬਰਕਰਾਰ ਰਹਿੰਦੀ ਆ ਤੇ ਇਹ ਕਾਫੀ ਸਾਲਾਂ ਦੇ ਬਾਅਦ ਵੀ ਨਦੀਨ ਆ ਜਿਹੜੇ ਉਹ ਉੱਗ ਪੈਂਦੇ ਆ, ਜਦ ਕਿ ਮੁੱਖ ਫਸਲ ਦੇ ਮਾਮਲੇ ਦੇ ਵਿੱਚ ਇਹ ਗੱਲ ਨਹੀਂ ਹੁੰਦੀ। ਸੋ ਤੀਜਾ ਕਾਰਨ ਜਿਹੜੇ ਨਦੀਨਾਂ ਦੀ ਵਾਰ-ਵਾਰ ਸਮੱਸਿਆ ਕਿਸਾਨ ਭਰਾਵਾਂ ਨੂੰ ਆਉਣ ਦੇ ਵਿੱਚ ਹੈਗਾ ਵੀ ਇਹ ਹਰੇਕ ਤਾਪਮਾਨ ਨੂੰ ਸਹਿਣਸ਼ੀਲ ਹੁੰਦੇ ਆ। ਜੇ ਤਾਪਮਾਨ ਜ਼ਿਆਦਾ ਵੱਧ ਜਾਵੇ ਫਿਰ ਵੀ ਇਹਨਾਂ ਨੇ ਸਹਿਣ ਕਰ ਲੈਣਾ, ਜੇ ਤਾਪਮਾਨ ਜ਼ਿਆਦਾ ਘਟ ਜਾਵੇ ਫਿਰ ਵੀ ਇਹ ਜਿਹੜੇ ਹੈਗੇ ਆ ਨਦੀਨ ਆ ਉਹ ਉੱਗ ਪੈਂਦੇ ਆ, ਜਦ ਕਿ ਮੁੱਖ ਫਸਲ ਜਿਵੇਂ ਆਪਾਂ ਕਣਕ ਦੀ ਗੱਲ ਕਰ ਰਹੇ ਆ, ਸੋ ਕਣਕ ਵਾਸਤੇ ਵੀ ਜਿਹੜਾ ਇੱਕ ਲੋੜੀਂਦਾ ਢੁਕਵਾਂ ਤਾਪਮਾਨ ਆ, ਸੋ ਜਿਹੜਾ ਹੈਗਾ ਉਸ ਤਾਪਮਾਨ ਤੋਂ ਜੇਕਰ ਘਟ ਜਾਵੇ ਤਾਂ ਕਿਤੇ ਨਾ ਕਿਤੇ ਫਸਲ ਨੂੰ ਮੁੱਖ ਫਸਲ ਤੇ ਜਿਹੜਾ ਹੈਗਾ ਬੁਰਾ ਪ੍ਰਭਾਵ ਪੈਂਦਾ। ਜੀ ਡਾਕਟਰ ਸਾਹਿਬ ਇਸ ਗੱਲਬਾਤ ਦੇ ਵੱਲ ਮੁੜ ਆਵਾਂਗੇ। ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ, ਆਓ ਉਹਨਾਂ ਦਾ ਸਵਾਲ ਲੈ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ। ਜੀ ਨਾਮ ਦੱਸ ਦਿਓ ਜੀ, ਪਿੰਡ ਦੱਸ ਦਿਓ ਜੀ। ਸਵਾਲ ਕੀ ਹੈ ਗੁਰਜੰਟ ਸਿੰਘ ਜੀ? ਹਾਂਜੀ ਗੁਰਜੰਟ ਸਿੰਘ ਜੀ। ਹਾਂਜੀ ਨਹੀਂ ਗੁਰਜੰਟ ਸਿੰਘ ਜੀ, ਇਹਦੇ ਨਾਲ ਨੁਕਸਾਨ ਹੋ ਸਕਦਾ। ਤੁਸੀਂ ਬਹੁਤ ਵਧੀਆ ਸਵਾਲ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਪੁੱਛਿਆ, ਕਿਉਂਕਿ ਯੂਨੀਵਰਸਿਟੀ ਤੇ ਮਹਿਕਮਾ ਖੇਤੀਬਾੜੀ ਵੱਲੋਂ ਕੁਝ ਇਹੋ ਜਿਹੇ ਰਸਾਇਣ ਵੀ ਜਿਹੜੇ ਹੈਗੇ ਆ ਸਿਫਾਰਿਸ਼ਸ਼ੁਦਾ ਨੇ ਵੀ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਦੋਨੇ ਕਿਸਮ ਦੇ ਜਿਹੜੇ ਨਦੀਨ ਆ ਉਹਨਾਂ ਦੀ ਰੋਕਥਾਮ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਦੇ ਜਿਹੜੇ ਰਸਾਇਣ ਆ ਨਦੀਨਨਾਸ਼ਕ ਮੈਂ ਪਹਿਲਾਂ ਵੀ ਜਿਹੜੇ ਹੈਗੇ ਆ ਦੱਸੇ ਆ ਤੇ ਇਸ ਤੋਂ ਬਾਅਦ ਵੀ ਮੈਂ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਰਿਪੀਟ ਕਰੂੰਗਾ, ਕਿਉਂਕਿ ਜਦੋਂ ਅਸੀਂ ਆਪ ਮਿਕਸ ਕਰਦੇ ਆ ਤਾਂ ਉਹ ਕਈ ਵਾਰ ਉਹਦੀ ਮਾਤਰਾ ਵੱਧ ਘੱਟ ਹੋਣ ਦੇ ਕਰਕੇ ਜਿਹੜਾ ਸਾਡੀਆਂ ਫਸਲ ਨੂੰ, ਸਾਡੀ ਕਣਕ ਨੂੰ ਗੁਰਜੰਟ ਸਿੰਘ ਜੀ ਨੁਕਸਾਨ ਹੋ ਸਕਦਾ। ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਆਪਣਾ ਜਿਹੜਾ ਵਾਜ਼ਿਬ ਜਵਾਬ ਹੈ ਉਹ ਮਿਲਿਆ ਹੋਵੇਗਾ। ਇਸ ਦੇ ਨਾਲ ਹੀ ਅਸੀਂ ਬਾਕੀ ਕਿਸਾਨ ਵੀਰਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਬੇਲੋੜੀ ਵਰਤੋਂ ਨਦੀਨਨਾਸ਼ਕਾਂ ਦੀ ਕਿਤੇ ਨਾ ਕਿਤੇ ਸਾਡੀ ਫਸਲ ਨੂੰ ਜਿੱਥੇ ਨੁਕਸਾਨ ਪਹੁੰਚਾ ਸਕਦੀ ਹੈ, ਉੱਥੇ ਹੀ ਇਹ ਬੇਲੋੜੀ ਵਰਤੋਂ ਸਾਡੇ ਬੇਲੋੜੇ ਖਰਚਿਆਂ ਨੂੰ ਵੀ ਸੱਦਾ ਦਿੰਦੀ ਹੈ। ਇਸ ਦੇ ਨਾਲ ਹੀ ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ ਸੀਗੇ ਕਿ ਨਦੀਨਾਂ ਦੀ ਜਿਹੜੀ ਸਮੱਸਿਆ ਉਹ ਹਰ ਵਾਰ ਵੱਧ ਕੇ ਸਾਹਮਣੇ ਆਉਂਦੀ ਹੈ, ਜਿਸ ਦੇ ਵਿੱਚ ਇੱਕ ਤਾਪਮਾਨ ਦੀ ਸਹਿਣਸ਼ੀਲਤਾ ਵੀ ਇੱਕ ਚੰਗਾ ਵਿਸ਼ਾ ਰੱਖਿਆ ਗਿਆ। ਤਾਂ ਜੇਕਰ ਇਸ ਨੂੰ ਹੋਰ ਖੁੱਲ ਕੇ ਗੱਲਬਾਤ ਕਰੀਏ ਤਾਂ ਕਿਵੇਂ ਮਤਲਬ ਜਿਹੜੇ ਨਦੀਨ ਨੇ ਉਹ ਦਿਨ ਪ੍ਰਤੀ ਦਿਨ ਵੱਧਦੇ ਜਾਂਦੇ ਨੇ? ਗੁਰਲੀਨ ਜੀ, ਜਿਹੜੀ ਜ਼ਿਆਦਾ ਸਮੱਸਿਆ ਕਿਸਾਨ ਭਰਾਵਾਂ ਨੂੰ ਆਉਂਦੀ ਆ, ਜਿਵੇਂ ਆਪਾਂ ਨੂੰ ਸਵਾਲ ਵੀ ਪਿੱਛੇ ਗੁਰਜੰਟ ਸਿੰਘ ਜੀ ਨੇ ਪੁੱਛਿਆ ਵੀ ਕਣਕ ਦੇ ਵਿੱਚ ਗੁੱਲੀ ਡੰਡਾ ਕਈ ਵਾਰ ਮਰਨੋਂ ਹਟ ਜਾਂਦਾ, ਕਿਉਂਕਿ ਜਿਹੜਾ ਵਾਰ-ਵਾਰ ਅਸੀਂ ਇੱਕੋ ਗਰੁੱਪ ਦਾ ਨਦੀਨਨਾਸ਼ਕ ਹਰੇਕ ਸਾਲ ਕਿਸਾਨ ਭਰਾਵਾਂ ਵੱਲੋਂ ਸਪਰੇਅ ਕੀਤਾ ਜਾਂਦਾ, ਸੋ 2-4 ਸਾਲਾਂ ਦੇ ਬਾਅਦ ਉਸ ਨਦੀਨਨਾਸ਼ਕ ਨੂੰ ਲੈ ਕੇ ਗੁੱਲੀ ਡੰਡਾ ਜਿਹੜਾ
ਉਹਦੇ ਚ ਸਹਿਣਸ਼ੀਲਤਾ ਪੈਦਾ ਹੋ ਜਾਂਦੀ ਹੈ ਤੇ ਉਹ ਮਰਨੋਂ ਹਟ ਜਾਂਦਾ। ਜੀ। ਜਿਵੇਂ ਉਦਾਹਰਨ ਦੇ ਤੌਰ ਤੇ ਇੱਕ ਆਈਸੋ ਪ੍ਰੋਟਿਊਰੋਨ ਜਿਹੜਾ ਨਦੀਨਨਾਸ਼ਕ ਆ, ਜਿਹਦੀ 300 ਗ੍ਰਾਮ ਤੋਂ ਲੈ ਕੇ 500 ਗ੍ਰਾਮ ਤੱਕ ਜ਼ਮੀਨ ਦੇ ਹਲਕੇ ਤੋਂ ਲੈ ਕੇ ਭਾਰੇ ਹੋਣ ਤੱਕ ਜਿਹੜੀ ਹੈਗੀ ਆ 500 ਗ੍ਰਾਮ ਤੱਕ ਅਸੀਂ ਪ੍ਰਤੀ ਏਕੜ ਉਹਦੀ ਮਾਤਰਾ ਦੀ ਵਰਤੋਂ ਕਰਦੇ ਆ। ਜੀ। ਪਰੰਤੂ ਕਈ ਖੇਤਾਂ ਦੇ ਵਿੱਚ ਉਸ ਦੇ ਨਾਲ ਉਸ ਨੂੰ ਭਾਵੇਂ 600-700 ਗ੍ਰਾਮ ਵੀ ਕਿਸਾਨ ਵੀਰ ਵਰਤ ਲੈਣ, ਪਰੰਤੂ ਉਸ ਦੇ ਨਾਲ ਜਿਹੜਾ ਗੁੱਲੀ ਡੰਡਾ ਉਹ ਨਹੀਂ ਮਰਦਾ, ਕਿਉਂਕਿ ਉਸ ਗਰੁੱਪ ਨੂੰ ਲੈ ਕੇ ਉਹ ਗੁੱਲੀ ਡੰਡਾ ਜਿਹੜਾ ਹੈਗਾ ਉਹ ਸਹਿਣਸ਼ੀਲ ਹੋ ਚੁੱਕਿਆ। ਜੀ। ਤੋਂ ਉੱਥੇ ਕਿਸਾਨ ਭਰਾਵਾਂ ਨੇ ਆਪ ਸੋਚਣਾ ਵੀ ਅਸੀਂ ਇਸ ਗਰੁੱਪ ਨੂੰ ਛੱਡ ਕੇ ਹੋਰ ਬੜੇ ਤਰ੍ਹਾਂ ਦੇ ਵਧੀਆ ਜਿਹੜੇ ਹੈਗੇ ਆ ਰਸਾਇਣਕ ਨਦੀਨਨਾਸ਼ਕ ਸਿਫਾਰਸ਼ ਨੇ ਉਹਨਾਂ ਦੀ ਵਰਤੋਂ ਕਿਸਾਨ ਭਰਾ ਕਰ ਸਕਦੇ ਨੇ। ਜਿਵੇਂ ਉਦਾਹਰਨ ਦੇ ਤੌਰ ਤੇ ਸ਼ਗਨ 2111 ਜੀ, ਜਿਹੜਾ 200 ਗ੍ਰਾਮ ਪ੍ਰਤੀ ਏਕੜ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਉਹਨਾਂ ਵਾਹਣਾਂ ਦੇ ਵਿੱਚ ਕੀਤਾ ਜਾ ਸਕਦਾ ਜਿੱਥੇ ਗੁੱਲੀ ਡੰਡਾ ਜਿਹੜੀਆਂ ਪੁਰਾਣੀਆਂ ਦਵਾਈਆਂ ਦੇ ਨਾਲ ਨਹੀਂ ਮਰਦਾ। ਜੀ। ਜਾਂ ACM 9 ਜਿਹੜੀ ਕਲੋਡੀਨਾ ਫੋਪ ਮੈਟਰੀਬਿਊਜਨ ਦਾ ਸੁਮੇਲ 240 ਗ੍ਰਾਮ ਪ੍ਰਤੀ ਏਕੜ, ਇਹ ਵੀ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਉਹਨਾਂ ਖੇਤਾਂ ਦੇ ਵਿੱਚ ਕਣਕ ਦੇ ਵਿੱਚ ਕੀਤਾ ਜਾ ਸਕਦਾ ਜਿੱਥੇ ਪ੍ਰਚਲਿਤ ਨਦੀਨਨਾਸ਼ਕਾਂ ਦੇ ਨਾਲ ਗੁੱਲੀ ਡੰਡਾ ਨਾ ਮਰਦਾ ਹੋਵੇ, ਉੱਥੇ ਇਹਦੀ ਵਰਤੋਂ ਕੀਤੀ ਜਾ ਸਕਦੀ ਆ। ਪਰੰਤੂ ਸ਼ਗਨ 2111 ਤੇ ACM 9 ਦੇ ਵਿੱਚ ਜਿਹੜੀ ਧਿਆਨ ਦੇਣ ਵਾਲੀ ਗੱਲ ਇਹ ਆ ਵੀ ਕਿਸਾਨ ਭਰਾਵਾਂ ਨੇ ਜਿਨ੍ਹਾਂ ਨੇ ਉન્નਤ PBW 550 ਕਿਸਮ ਦੀ ਜਿਹੜੀ ਹੈਗੀ ਆ ਕਾਸ਼ਤ ਕੀਤੀ ਆ, ਉਹ ਇਹ ਦੋਨਾਂ ਰਸਾਇਣਕ ਨਦੀਨਨਾਸ਼ਕਾਂ ਦੀ ਵਰਤੋਂ ਤੋਂ ਗਰੇਜ਼ ਕਰਨ, ਨਹੀਂ ਤਾਂ ਬੁਰੇ ਪ੍ਰਭਾਵ ਵੇਖਣ ਨੂੰ ਮਿਲ ਸਕਦੇ ਨੇ। ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਇੱਕ ਖਾਸ ਕਿਸਮ ਦੀ ਗੱਲ ਕੀਤੀ ਕਿ PBW 550 ਜਿਨ੍ਹਾਂ ਨੇ ਕਾਸ਼ਤ ਕੀਤੀ ਹੈ ਕਿਸਾਨ ਵੀਰ, ਉਹ ਬੇਸ਼ੱਕ ਸ਼ਗਨ 2111 ਤੇ ਹੋਰ ਦਵਾਈਆਂ ਦੇ ਜਿਹੜੇ ਛਿੜਕਾਅ ਤੋਂ ਕੁਝ ਪਰਹੇਜ਼ ਹੈ ਜਿਹੜਾ ਕਰ ਸਕਦੇ ਆ, ਜਿਹੜੀ ਕਿ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਖੇਤੀ ਮਾਰਾਂ ਦੀ ਸਿਫਾਰਿਸ਼ ਤੋਂ ਬਿਨਾਂ ਨਦੀਨਨਾਸ਼ਕਾਂ ਦੀ ਵਰਤੋਂ ਤੋਂ ਗੁਰੇਜ਼ ਹੈ ਜਿਹੜਾ ਉਹ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਜਿਵੇਂ ਕਿ ਅਸੀਂ ਤਾਪਮਾਨ ਦੀ ਗੱਲ ਕੀਤੀ, ਨਦੀਨਾਂ ਦੀ ਦਵਾਈਆਂ ਦੇ ਪ੍ਰਤੀ ਸਹਿਣਸ਼ੀਲਤਾ ਦੀ ਗੱਲ ਕੀਤੀ ਕਿ ਜਦੋਂ ਇੱਕੋ ਹੀ ਕਿਸਮ ਦੇ ਜਿਹੜੇ ਨਦੀਨ ਨੇ ਅਸੀਂ ਵਾਰ-ਵਾਰ ਆਪਣੀ ਫਸਲ ਦੇ ਉੱਤੇ ਛਿੜਕਦੇ ਆ ਤਾਂ ਕਿਤੇ ਨਾ ਕਿਤੇ ਨਦੀਨਨਾਸ਼ਕਾਂ ਦੀ ਜਿਹੜੀ ਸਹਿਣ ਸ਼ਕਤੀ ਹੈ, ਸਹਿਣਸ਼ੀਲਤਾ, ਉਹ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਉਹਨਾਂ ਦਵਾਈਆਂ ਦਾ ਜਿਹੜਾ ਅਸਰ ਹੈ ਉਹਨਾਂ ਤੇ ਨਹੀਂ ਹੁੰਦਾ। ਤੇ ਕਿਸਾਨ ਵੀਰਾਂ ਦੇ ਵੱਲੋਂ ਇਹ ਵੀ ਮੰਨਿਆ ਜਾਂਦਾ ਕਿ ਸ਼ਾਇਦ ਜਿਹੜੀ ਦਵਾਈ ਦੀ ਕੁਆਲਿਟੀ ਹੈਗੀ ਜਾਂ ਜਿਹੜਾ ਉਹਨਾਂ ਮਾਪਦੰਡ ਆ ਉਹ ਉਨਾ ਚੰਗਾ ਨਹੀਂ ਰਿਹਾ ਜਿੰਨਾ ਪਿਛਲੇ ਸਮਿਆਂ ਦੇ ਵਿੱਚ ਇਸ ਚੀਜ਼ ਦਾ ਹੁੰਦਾ ਸੀ, ਪਰ ਕਿਤੇ ਨਾ ਕਿਤੇ ਜਿਹੜੀ ਸਹਿਣਸ਼ੀਲਤਾ ਵਧਣਾ ਹੀ ਇੱਕ ਮੁੱਖ ਕਾਰਨ ਹੈ। ਬਿਲਕੁਲ। ਡਾਕਟਰ ਸਾਹਿਬ, ਨਦੀਨਨਾਸ਼ਕਾਂ ਦੀ ਵਰਤੋਂ ਦੀ ਤੁਸੀਂ ਗੱਲ ਕੀਤੀ, ਕਿੰਨੀ ਮਾਤਰਾ ਕਿਸਾਨ ਵੀਰਾਂ ਨੇ ਵਰਤਣੀ ਹੈ, ਕਿੰਨਾ ਪਾਣੀ ਉਹਦਾ ਵਰਤਣਾ ਹੈ, ਕਦੋਂ ਛਿੜਕਾਅ ਕਰਨਾ ਹੈ, ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਪਿਛਲੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਦੱਸਿਆ ਕਿ ਕਿਵੇਂ 3 ਵੱਖ-ਵੱਖ ਭਾਗਾਂ ਦੇ ਵਿੱਚ ਵੰਡ ਕੇ ਇਹਨਾਂ ਨਦੀਨਨਾਸ਼ਕਾਂ ਦੀ ਜਿਹੜੀ ਵਰਤੋਂ ਹੈ ਉਹ ਕੀਤੀ ਜਾਂਦੀ ਹੈ। ਕੀ ਇਸ ਤੋਂ ਇਲਾਵਾ ਵੀ ਕੋਈ ਹੋਰ ਗੱਲਾਂ ਨੇ ਜਿਨ੍ਹਾਂ ਨੂੰ ਕਿਸਾਨ ਵੀਰ ਧਿਆਨ ਦੇ ਵਿੱਚ ਰੱਖ ਸਕਦਾ ਜਦੋਂ ਉਸਨੇ ਨਦੀਨਨਾਸ਼ਕਾਂ ਦੀ ਵਰਤੋਂ ਆਪਣੇ ਖੇਤਾਂ ਦੇ ਵਿੱਚ ਕਰਨੀ ਹੈ? ਗੁਰਲੀਨ ਜੀ, ਬੜਾ ਵਧੀਆ ਸਵਾਲ ਤੁਸੀਂ ਕੀਤਾ ਕਿ ਨਦੀਨਨਾਸ਼ਕਾਂ ਦੀ ਵਰਤੋਂ ਵੇਲੇ ਕਿਸਾਨ ਭਰਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ। ਸੋ ਸਭ ਤੋਂ ਜਿਹੜੀ ਮੁੱਖ ਗੱਲ ਦਾ ਧਿਆਨ ਰੱਖਣ ਵਾਲਾ ਇਸ ਦੇ ਵਿੱਚ ਹੈਗਾ ਵੀ ਜਿਹੜੀ ਮਾਤਰਾ ਹੈਗੀ ਆ ਨਦੀਨਨਾਸ਼ਕ ਦੀ, ਜਿੰਨੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ਸ਼ੁਦਾ ਹੈਗੀ ਆ ਉਨੀ ਮਾਤਰਾ ਹੀ ਵਰਤੀ ਜਾਵੇ, ਕਿਉਂਕਿ ਕਈ ਵਾਰ ਅਕਸਰ ਹੀ ਵੇਖਿਆ ਜਾਂਦਾ ਕਿਸਾਨ ਭਰਾ ਜਿਹੜੀ ਹੈਗੀ ਆ ਦੁੱਗਣੀ ਮਾਤਰਾ ਵੀ ਜਿਹੜੀ ਹੈਗੀ ਆ ਉਹਨਾਂ ਦੀ ਵਰਤ ਦਿੰਦੇ ਆ। ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਸਾਡੀ ਫਸਲ ਤੇ ਵੀ ਬੁਰਾ ਪ੍ਰਭਾਵ ਪੈਂਦਾ ਅਤੇ ਮਹਿੰਗੇ ਨਦੀਨਨਾਸ਼ਕ ਹੋਣ ਦੇ ਨਾਲ ਜਿਹੜੇ ਸਾਡੇ ਖੇਤੀ ਖਰਚੇ ਆ ਉਹ ਵੀ ਇਹਦੇ ਨਾਲ ਵੱਧ ਜਾਂਦੇ ਆ। ਸੋ ਜਦੋਂ ਵੀ ਅਸੀਂ ਛਿੜਕਾਅ ਜਿਹੜਾ ਹੈਗਾ, ਦੂਜੀ ਗੱਲ, ਜਦੋਂ ਛਿੜਕਾਅ ਅਸੀਂ ਨਦੀਨਨਾਸ਼ਕ ਦਾ ਕਰਨਾ ਉਦੋਂ ਮੌਸਮ ਆ ਜਿਹੜਾ ਉਹ ਸਾਫ਼ ਹੋਣਾ ਚਾਹੀਦਾ ਤੇ ਇੱਕਸਾਰ ਅਸੀਂ ਜਿਹੜਾ ਹੈਗਾ ਨਦੀਨਨਾਸ਼ਕ ਦਾ ਜਿਹੜਾ ਛਿੜਕਾਅ ਕਰਨਾ, ਤੇ ਬਾਕੀ ਛਿੜਕਾਅ ਤੋਂ ਬਾਅਦ ਹਲਕਾ ਪਾਣੀ ਕਿਸਾਨ ਭਰਾ ਲਾ ਸਕਦੇ ਆ, ਕਿਉਂਕਿ ਜੇ ਭਰਮਾ ਪਾਣੀ ਲਾਉਣਗੇ ਉਹਦੇ ਨਾਲ ਜਿਹੜਾ ਨਦੀਨਨਾਸ਼ਕ ਦਾ ਅਸਰ ਆ ਉਹ ਘਟ ਸਕਦਾ ਜੀ। ਤੇ ਨਦੀਨਨਾਸ਼ਕਾਂ ਦਾ ਜਦੋਂ ਅਸੀਂ ਛਿੜਕਾਅ ਕਰ ਲਿਆ ਉਸ ਤੋਂ ਬਾਅਦ ਜਿਹੜਾ ਸਾਡਾ ਸਪਰੇਅ ਪੰਪ ਆ ਉਹਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਕੇ ਫਿਰ ਜਿਹੜੇ ਕੱਪੜੇ ਧੋਣ ਵਾਲੇ ਸਾਡਾ ਸੋਡਾ ਸਰਫ ਆ ਉਹਦਾ 0.5% ਘੋਲ ਦੇ ਨਾਲ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ, ਤਾਂ ਕਿ ਉਹਦੇ ਵਿੱਚ ਜਿਹੜਾ ਹੈਗਾ ਕੋਈ ਵੀ ਕਿਤੇ ਉਹਦਾ ਅਸਰ, ਪੁਰਾਣੇ ਜਿਹੜੇ ਸਾਡੇ ਨਦੀਨਨਾਸ਼ਕ ਦਾ ਅਸਰ ਨਾ ਰਹਿ ਜੇ, ਕਿਉਂਕਿ ਜੇਕਰ ਅਸੀਂ ਅੱਗੇ ਵੀ ਹੋ ਸਕਦਾ ਉਹਦੇ ਨਾਲ ਕਿਸੇ ਨਦੀਨਨਾਸ਼ਕ ਦੀ ਸਪਰੇਅ ਕਰਨੀ ਹੋਵੇ, ਹੋ ਸਕਦਾ ਕਿਸੇ ਕੀਟਨਾਸ਼ਕ ਦੀ ਸਪਰੇਅ ਕਰਨੀ ਹੋਵੇ। ਸੋ ਇਸ ਤਰ੍ਹਾਂ ਕਰਨ ਦੇ ਨਾਲ ਚੰਗੀ ਤਰ੍ਹਾਂ ਉਹਨੂੰ ਸਾਫ਼ ਕਰਕੇ ਹੀ ਅਗਲੀ ਸਪਰੇਅ ਆ ਜਿਹੜੀ ਉਹ ਸਾਨੂੰ ਕਰਨੀ ਚਾਹੀਦੀ ਆ। ਜਿਵੇਂ ਬਾਕੀ ਮੈਂ ਪਹਿਲਾਂ ਗੱਲ ਕੀਤੀ ਆ ਵੀ ਜਿਹੜੇ ਖੇਤਾਂ ਦੇ ਵਿੱਚ
ਜਿੱਥੇ ਜਿਹੜਾ ਹੈਗਾ ਆਈਸੋਪ੍ਰੋਟੋਜੋਰੋਨ ਜਿਹੜਾ ਸਾਡਾ ਨਦੀਨਨਾਸ਼ਕ ਆ ਉਹ ਕੰਮ ਕਰਨੋਂ ਹਟ ਗਿਆ, ਉਹਦੇ ਨਾਲ ਗੁੱਲੀ ਡੰਡਾ ਮਰਨੋਂ ਹਟ ਗਿਆ, ਉੱਥੇ ਸਾਨੂੰ ਉਸੇ ਗਰੁੱਪ ਤੇ ਪੈਸੇ ਖਰਾਬ ਨਹੀਂ ਕਰਨੇ ਚਾਹੀਦੇ ਕਿਸਾਨ ਭਰਾਵਾਂ ਨੂੰ, ਸਗੋਂ ਇਹ ਗਰੁੱਪ ਨੂੰ ਛੱਡ ਕੇ ਹੋਰ ਜਿਹੜੇ ਹੈਗੇ ਆ ਨਦੀਨਨਾਸ਼ਕਾਂ ਦੀ ਵਰਤੋਂ ਕਰਕੇ ਗੁੱਲੀ ਡੰਡੇ ਦੀ ਰੋਕਥਾਮ ਆ ਉਹ ਕਰ ਲੈਣੀ ਚਾਹੀਦੀ ਆ। ਤੇ ਇੱਕ ਜਿਹੜੇ ਖੇਤਾਂ ਦੇ ਵਿੱਚ ਕਿਸਾਨ ਭਰਾਵਾਂ ਨੇ ਰਾਇਆ, ਸਰੋਂ, ਗੋਭੀ, ਸਰੋਂ, ਕਣਕ ਦੇ ਨਾਲ ਰਲਾ ਕੇ ਬੀਜੀ ਹੋਵੇ, ਉੱਥੇ ਸਾਨੂੰ ਸਿਰਫ ਜਿਹੜਾ ਹੈਗਾ ਕਲੋਡੀਨਾਫੋਪ, ਫਿਨੋਕਸਾਪ੍ਰੋਪ ਜਾਂ ਆਈਸੋਪ੍ਰੋਟੋਰੋਨ ਜਿਹੜਾ ਹੈਗਾ ਗਰੁੱਪ ਆ ਉਹਦੇ ਨਦੀਨਨਾਸ਼ਕ ਨੂੰ ਹੀ ਵਰਤਣਾ ਚਾਹੀਦਾ। ਕਿਤੇ 2,4-D ਵਗੈਰਾ ਦੀ ਵਰਤੋਂ ਕਿਸਾਨ ਭਰਾ ਉੱਥੇ ਨਾ ਕਰਨ। ਤੇ ਨਦੀਨ ਉੱਗਣ ਤੋਂ ਪਹਿਲਾਂ ਵਰਤਣ ਵਾਲੇ ਜਿਹੜੇ ਹੈਗੇ ਆ ਨਦੀਨਨਾਸ਼ਕ ਉਹਨਾਂ ਦੇ ਛਿੜਕਾਅ ਲਈ ਵੱਖ ਨੋਜ਼ਲ ਵਰਤੀ ਜਾਂਦੀ ਆ, ਤੇ ਜਿਹੜੇ ਨਦੀਨ ਉਗਾਉਂਦੇ ਆ ਉਦੋਂ ਬਾਅਦ ਵਰਤਣ ਵਾਲੇ ਨਦੀਨਨਾਸ਼ਕਾਂ ਦੇ ਲਈ ਜਿਹੜੀ ਨੋਜ਼ਲ ਆ ਉਹ ਹੋਰ ਤਰ੍ਹਾਂ ਦੀ ਵਰਤਣੀ ਚਾਹੀਦੀ ਆ। ਨਦੀਨਨਾਸ਼ਕਾਂ ਦੇ ਜਿਹੜੇ ਨਦੀਨ ਉੱਗਣ ਤੋਂ ਪਹਿਲਾਂ ਅਸੀਂ ਨਦੀਨਨਾਸ਼ਕ ਵਰਤਦੇ ਆ ਉਹਨਾਂ ਵਾਸਤੇ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਆ ਜਿਹੜੀ ਉਹ ਢੁਕਵੀਂ ਆ, ਤੇ ਜਦੋਂ ਨਦੀਨ ਉਗਾਉਂਦੇ ਆ ਉਦੋਂ ਬਾਅਦ ਵਰਤਣ ਵਾਲੇ ਜਿਹੜੇ ਨਦੀਨਨਾਸ਼ਕ ਆ ਉਹਨਾਂ ਦੇ ਵਿੱਚ ਜਿਹੜੀ ਫਲੈਟ ਫੈਨ ਨੋਜ਼ਲ ਆ ਉਹ ਜਿਹੜੀ ਹੈਗੀ ਆ ਉਹਦੇ ਵਾਸਤੇ ਢੁਕਵੀਂ ਹੁੰਦੀ ਆ। ਤੇ ਜਿਵੇਂ ਮੈਂ ਪਹਿਲਾਂ ਵੀ ਆਪਾਂ ਗੱਲ ਕੀਤੀ ਆ ਵੀ ਇਹ ਸਹਿਣਸ਼ੀਲ ਹੋ ਜਾਂਦੇ ਆ ਜਿਹੜੇ ਨਦੀਨਨਾਸ਼ਕਾਂ ਨੂੰ ਲੈ ਕੇ। ਸੋ ਹਰੇਕ ਸਾਲ ਜਿਹੜੇ ਹੈਗੇ ਆ ਇਹ ਸਾਨੂੰ ਅਦਲ ਬਦਲ ਕੇ ਕਿਸਾਨ ਭਰਾਵਾਂ ਨੂੰ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਆ। ਹਰੇਕ ਸਾਲ ਇੱਕੋ ਹੀ ਨਦੀਨਨਾਸ਼ਕ ਨਹੀਂ ਵੀ ਅਸੀਂ ਇਹੀ ਵਰਤੀ ਜਾਣਾ। ਸੋ ਉਦੋਂ ਬਾਅਦ ਜਿਹੜਾ ਹੈਗਾ ਉਹਦੇ ਨਾਲ ਜਿਹੜਾ ਹੈਗਾ ਨਦੀਨ ਆ ਉਹ ਕੰਟਰੋਲ ਹੋਣਾ ਬੰਦ ਹੋ ਜਾਂਦਾ। ਤੇ ਆਖਰੀ ਗੱਲ ਇਹਦੇ ਵਿੱਚ ਜਿਹੜੀ ਮੈਂ ਕਹੂੰਗਾ ਵੀ ਜਿਹੜੀ ਨਦੀਨਨਾਸ਼ਕ ਦੀ ਜਦੋਂ ਅਸੀਂ ਵਰਤੋਂ ਕਰ ਲਈ ਉਦੋਂ ਬਾਅਦ ਵੀ ਕਿਸਾਨ ਭਰਾ ਵੇਖਣਗੇ ਵੀ ਕਾਫੀ ਨਦੀਨ ਦੇ ਬੂਟੇ ਆ ਜਿਹੜੇ ਉਹ ਬਚ ਜਾਂਦੇ ਆ ਜੀ। ਸੋ ਉਹਨਾਂ ਨੂੰ ਬੀਜ ਬੰਨ ਤੋਂ ਪਹਿਲਾਂ ਕਿਸਾਨ ਭਰਾਵਾਂ ਨੂੰ ਪੱਟ ਦੇਣਾ ਚਾਹੀਦਾ, ਕਿਉਂਕਿ ਜੇਕਰ ਕਣਕ ਦੀ ਅਗਲੀ ਫਸਲ ਦੇ ਵਿੱਚ ਨਹੀਂ ਤਾਂ ਨਦੀਨਾਂ ਦੀ ਜਿਹੜੀ ਸਮੱਸਿਆ ਉਹ ਵੱਧ ਜਾਂਦੀ ਆ। ਹਰ ਸਾਲ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀ ਨਦੀਨਾਂ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਜੇਕਰ ਬੀਜ ਬੰਨ ਤੋਂ ਪਹਿਲਾਂ ਅਸੀਂ ਜਿਹੜੇ ਹੈਗੇ ਆ ਉਹ ਨਦੀਨਾਂ ਦੇ ਬੂਟੇ ਪੱਟ ਕੇ ਜਿਹੜਾ ਹੈਗਾ ਆਪਣੇ ਖੇਤ ਤੋਂ ਬਾਹਰ ਕਰ ਦਈਏ। ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਕਈ ਸੁਝਾਅ ਜਿਹੜੇ ਉਹ ਕਿਸਾਨ ਵੀਰਾਂ ਨੂੰ ਦਿੱਤੇ ਨੇ, ਪਰ ਉਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਨੂੰ ਦੁਹਰਾਈਏ, ਕਿਸਾਨ ਵੀਰੋ ਤੇ ਪਹਿਲਾਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਕਣਕ ਦੇ ਵਿੱਚ ਨਦੀਨਾਂ ਦੀ ਰੋਕਥਾਮ ਦੇ ਸੰਬੰਧ ਦੇ ਵਿੱਚ। ਇਸ ਦੇ ਨਾਲ ਹੀ ਡਾਕਟਰ ਸਾਹਿਬ ਜਾਂਦੇ ਜੇਕਰ ਅਸੀਂ ਕਿਸਾਨ ਵੀਰਾਂ ਦੇ ਨਾਲ ਸਾਂਝਾ ਕਰੀਏ ਕਿ ਨਦੀਨਾਂ ਜਿਹੜੇ ਨਦੀਨ ਨੇ ਖਾਸ ਕਰਕੇ ਫਸਲਾਂ ਦੇ ਵਿੱਚ ਆਉਂਦੇ ਕਿੱਥੋਂ ਨੇ, ਕਿਉਂਕਿ ਕਿਸਾਨਾਂ ਦਾ ਮੰਨਣਾ ਹੈ ਕਿ ਉਹਨਾਂ ਨੇ ਆਪਣੇ ਖੇਤ ਚੋਂ ਵੀ ਪੱਟ ਕੇ ਨਸ਼ਟ ਕਰ ਦਿੱਤੇ, ਆਸੇ-ਪਾਸੇ ਦੀਆਂ ਜਿਹੜੀਆਂ ਥਾਵਾਂ ਨੇ ਉਹ ਵੀ ਪਹਿਲਾਂ ਸਾਫ਼ ਸਫਾਈ ਕੀਤੀ ਜਾਂਦੀ ਹੈ, ਤਾਂ ਫਿਰ ਇਹ ਨਦੀਨ ਕਿੱਥੋਂ ਆ ਜਾਂਦੇ ਨੇ? ਗੁਰਲੀਨ ਜੀ, ਸਭ ਤੋਂ ਵੱਡਾ ਕਾਰਨ ਜਿਹੜਾ ਨਦੀਨਾਂ ਦੇ ਖੇਤਾਂ ਵਿੱਚ ਆਉਣ ਦਾ ਜਿਹੜਾ ਸਾਡਾ ਜਿਹੜਾ ਨਹਿਰੀ ਪਾਣੀ ਹੈ ਜੀ। ਸੋ ਇਸ ਕਰਕੇ ਜਿਹੜਾ ਹੈਗਾ ਕਿਸਾਨ ਭਰਾਵਾਂ ਨੂੰ ਜਿਹੜੇ ਨਹਿਰੀ ਪਾਣੀ ਦੇ ਸਰੋਤ ਨੇ, ਕੋਈ ਕੱਸੀਆਂ, ਨਾਲੇ ਆ, ਉਹਨਾਂ ਦੀ ਚੰਗੀ ਤਰ੍ਹਾਂ ਸਫਾਈ ਕਰਕੇ ਰੱਖਣੀ ਚਾਹੀਦੀ ਆ। ਤਾਂ ਉਹਨਾਂ ਦੇ ਵਿੱਚੋਂ ਹੀ ਉਹਨਾਂ ਦੇ ਕੰਡਿਆਂ ਦੇ ਉੱਪਰੋਂ ਜਿਹੜਾ ਹੈਗਾ ਬੀਜ ਆ ਜਿਹੜੇ ਪਾਣੀ 'ਚ ਡਿੱਗ ਕੇ ਖੇਤਾਂ ਦੇ ਵਿੱਚ ਆ ਜਾਂਦੇ ਆ। ਦੂਜਾ ਕਾਰਨ ਹਵਾ ਦੇ ਨਾਲ ਵੀ ਜਿਹੜਾ ਹੈਗਾ ਉੱਡ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਜਿਹੜੇ ਨਦੀਨਾਂ ਦੇ ਬੀਜ ਚਲੇ ਜਾਂਦੇ ਆ। ਤਾਂ ਪੰਛੀ ਵੀ ਜਿਹੜਾ ਹੈਗਾ ਇਹਦੇ 'ਚ ਆਪਣਾ ਰੋਲ ਆ ਜਿਹੜਾ ਨਿਭਾਉਂਦੇ ਆ। ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਪੰਛੀ ਆ ਜਿਹੜੇ ਤਾਂ ਨਹਿਰੀ ਪਾਣੀ ਆ ਜਾਂ ਕਈ ਹੋਰ ਕਾਰਕ ਨੇ ਜਿਹੜੇ ਉਹ ਆਪਣਾ ਇੱਕ ਅਹਿਮ ਭੂਮਿਕਾ ਜਿਹੜੀ ਉਹ ਇਹਨਾਂ ਦੇ ਵਿੱਚ ਨਿਭਾਉਂਦੇ ਨੇ, ਜਿਸ ਦੇ ਕਾਰਨ ਨਦੀਨ ਹੈ ਜਿਹੜੀ ਉਹ ਇੱਕ ਖੇਤ ਤੋਂ ਦੂਜੇ ਖੇਤ ਜਾਂ ਫਿਰ ਲੰਬੇ ਜਿਹੜੇ ਵਕਫੇ ਨੇ ਉਹ ਵੀ ਤੈਅ ਕਰਕੇ ਪਹੁੰਚ ਜਾਂਦੇ ਨੇ। ਇਸ ਦੇ ਨਾਲ ਜਾਂਦੇ ਕਿਸਾਨ ਵੀਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਬਸ ਇੱਕ ਸੰਦੇਸ਼, ਜਿਵੇਂ ਅੱਜ ਕੱਲ ਸਾਰੇ ਕਿਤੇ ਜਿਹੜੀ ਹੈਗੀ ਆ ਰਸਾਇਣ ਮੁਕਤ ਖੇਤੀ ਦੀ ਗੱਲ ਜਿਹੜੀ ਹੈਗੀ ਆ ਚੱਲ ਰਹੀ ਆ। ਸੋ ਕਿਸਾਨ ਭਰਾਵਾਂ ਨੂੰ ਰਸਾਇਣ ਮੁਕਤ ਖੇਤੀ ਵੱਲ ਆਉਣ ਦੀ ਲੋੜ ਆ ਤਾਂ ਕਿ ਸਾਡੇ ਜਿਹੜੇ ਹੈਗੇ ਆ ਖੇਤੀ ਖਰਚੇ ਆ ਉਹ ਘਟ ਸਕਣ। ਜਿਵੇਂ ਅੱਜ ਆਪਣਾ ਨਦੀਨਨਾਸ਼ਕਾਂ ਤੇ ਸੰਬੰਧ ਦੇ ਵਿੱਚ ਜਿਹੜਾ ਹੈਗਾ ਵਿਸ਼ਾ ਸੀ, ਇਸ ਦੇ ਵਿੱਚ ਵੀ ਜਿਹੜੀ ਹੈਗੀ ਆ ਜਿਵੇਂ ਕਣਕ ਦੀ ਬਿਜਾਈ ਆ ਹੈਪੀ ਸੀਡਰ ਦੇ ਨਾਲ ਕਰਕੇ ਜਿਹੜਾ ਹੈਗਾ ਮਹਿੰਗੇ ਨਦੀਨਨਾਸ਼ਕਾਂ ਦੀ ਜਿਹੜੀ ਹੈਗੀ ਆ ਵਰਤੋਂ ਤੋਂ ਕਿਸਾਨ ਭਰਾ ਜਿਹੜੇ ਹੈਗੇ ਆ ਬਚ ਸਕਦੇ ਆ। ਜੀ ਡਾਕਟਰ ਸਾਹਿਬ, ਤੁਸੀਂ ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਦੌਰਾਨ ਕਿਸਾਨ ਵੀਰਾਂ ਦੇ ਨਾਲ
ਜਾਣਕਾਰੀ ਸਾਂਝੀ ਕੀਤੀ ਕਿ ਕਣਕ ਦੇ ਵਿੱਚੋਂ ਨਦੀਨਾਂ ਦੀ ਜਿਹੜੀ ਰੋਕਥਾਮ ਹੈ ਉਹ ਕਿਵੇਂ ਕੀਤੀ ਜਾ ਸਕਦੀ ਹੈ। ਉਮੀਦ ਕਰਦੇ ਹਾਂ ਕਿ ਕਿਸਾਨ ਵੀਰ ਨਿੱਕੇ ਨਿੱਕੇ ਉਪਰਾਲੇ ਜਿਵੇਂ ਕਿ ਲਗਾਤਾਰ ਇੱਕੋ ਹੀ ਕਿਸਮ ਦੇ ਨਦੀਨਾਂ ਦੀ ਵਰਤੋਂ ਨਾ ਕਰਦੇ ਹੋਏ ਵੱਖ-ਵੱਖ ਜਿਹੜੀਆਂ ਤਰਜੀਹ ਦਿੱਤੀ ਜਾਂਦੀ ਹੈ, ਖਾਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਵਿਕਾਸ ਅਫਸਰਾਂ ਦੇ ਵੱਲੋਂ, ਉਹਨਾਂ ਦੇ ਵੱਲ ਧਿਆਨ ਦਿੰਦੇ ਰਹਿਣਗੇ ਤੇ ਇਸ ਦੇ ਨਾਲ ਹੀ ਆਪਣੇ ਖੇਤੀ ਖਰਚਿਆਂ ਦੇ ਉੱਤੇ ਕਾਬੂ ਪਾਉਂਦੇ ਹੋਏ ਇਸ ਗੱਲ ਦਾ ਵੀ ਖਾਸ ਖਿਆਲ ਰੱਖਣਗੇ ਕਿ ਨਦੀਨਾਂ ਨੂੰ ਆਪਣੇ ਖੇਤਾਂ ਦੇ ਵਿੱਚੋਂ ਪਹਿਲਾਂ ਹੀ ਪੁੱਟ ਦੇਣ ਕਿ ਇਸ ਤੋਂ ਪਹਿਲਾਂ ਉਹਨਾਂ ਦੇ ਬੀਜ ਬਣਨ ਤੇ ਅੱਗੇ ਜਾ ਕੇ ਉਹ ਅਗਲੀ ਫਸਲ ਦੇ ਲਈ ਨੁਕਸਾਨ ਕਰਨ। ਇਸ ਦੇ ਨਾਲ ਹੀ ਛਿੜਕਾਅ ਤੋਂ ਮਗਰੋਂ ਹਲਕਾ ਪਾਣੀ ਲਾਉਣ ਤੇ ਇਕਸਾਰ ਜਿਹੜਾ ਛਿੜਕਾਅ ਹੈ ਉਹ ਧਿਆਨ ਦੇ ਵਿੱਚ ਰੱਖਣਾ। ਇਸ ਦੇ ਨਾਲ ਹੀ ਨਦੀਨਾਂ ਨੂੰ ਕਿਵੇਂ ਰੋਕਣਾ ਹੈ, ਕਿਸ ਚੀਜ਼ ਦੀ ਵਰਤੋਂ ਕਰਨੀ ਹੈ, ਕਾਸ਼ਤਕਾਰੀ ਢੰਗ ਕਿਹੋ ਜਿਹੇ ਅਪਣਾਉਣੇ ਨੇ, ਕਿਵੇਂ ਉਹ ਨਦੀਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਹੋਣ ਤੋਂ ਹੀ ਰੋਕ ਦੇਣ ਤਾਂ ਕਿ ਮੁੜ ਉਹਨਾਂ ਨੂੰ ਇਹਨਾਂ ਸਵਾਲਾਂ ਦੇ ਉੱਤੇ ਗੌਰ ਨਾ ਕਰਨਾ ਪਵੇ ਕਿ ਜੇਕਰ ਉਹ ਰਸਾਇਣਾਂ ਦੀ ਵਰਤੋਂ ਕਰ ਵੀ ਰਹੇ ਨੇ ਤਾਂ ਵੀ ਕਿਉਂ ਉਹਨਾਂ ਦੇ ਖੇਤਾਂ ਦੇ ਵਿੱਚੋਂ ਨਦੀਨ ਹੈ ਜਿਹੜੇ ਉਹ ਖਤਮ ਨਹੀਂ ਹੋ ਰਹੇ। ਉਮੀਦ ਕਰਦੀ ਹਾਂ ਕਿ ਅੱਜ ਇਹਨਾਂ ਗੱਲਾਂ ਬਾਤਾਂ ਦੇ ਨਾਲ ਕਿਸਾਨ ਵੀਰਾਂ ਨੂੰ ਆਪਣੇ ਬਹੁਤੇ ਸਵਾਲਾਂ ਦੇ ਜਵਾਬ ਵੀ ਮਿਲੇ ਹੋਣਗੇ। ਤੁਸੀਂ ਸਟੂਡੀਓ ਦੇ ਵਿੱਚ ਆਏ, ਕਿਸਾਨ ਵੀਰਾਂ ਨੂੰ ਕਣਕ ਦੇ ਨਦੀਨਾਂ ਦੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਧੰਨਵਾਦ ਜੀ ਗੁਰਲੀਨ ਜੀ। ਇਸ ਦੇ ਨਾਲ ਹੀ ਮੈਨੂੰ ਗੁਰਲੀਨ ਸਿੱਧੂ ਨੂੰ ਅੱਜ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤਰ ਤੇ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।